ਗੁੱਡ ਮਾਰਨਿੰਗ ਸੰਗਤ। ਲਾਈਵ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦੇਸ਼ ਵਿਦੇਸ਼ ਵਿੱਚ ਬੈਠੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਗਗਨਦੀਪ ਸਿੰਘ ਅਨੰਦਪੁਰੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਆਸ ਕਰਦਾ ਤੁਸੀਂ ਵੀ ਚੜ੍ਹਦੀ ਕਲਾ ਵਿੱਚ ਹੋਵੋਗੇ। ਤੇ ਆਓ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦਾ ਦਿਨ ਜਿਹੜਾ ਉਹ 5 ਤਰੀਕ ਜਨਵਰੀ 2022 ਤੇ ਅੱਜ ਬਾਈਪੋ ਨਾਨਕਸ਼ਾਹੀ ਦੇ ਹਿਸਾਬ ਦੇ ਨਾਲ। ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਾਡਾ ਜਿਹੜਾ ਲਾਈਵ ਪ੍ਰੋਗਰਾਮ ਹੁੰਦਾ ਹੈ, ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਤੇ ਆਪਣੇ ਵਡਮੁੱਲੇ ਵਿਚਾਰ ਦੇ ਕੇ ਜਿਹੜੇ ਆਪਣੇ ਸਵਾਲ ਵੀ ਲੈ ਸਕਦੇ ਹੋ। ਤੇ ਅਸੀਂ ਤੁਹਾਨੂੰ ਦੱਸ ਦਈਏ ਜਿਹੜਾ ਇਸ ਸਮੇਂ ਪੰਜਾਬ ਦਾ ਮਾਹੌਲ ਹੈ, ਪੰਜਾਬ ਦੇ ਵਿੱਚ ਜਿਹੜੀ ਹੈ ਉਹ ਰੋਜ਼ ਲਗਾਤਾਰ ਜਿਹੜੀ ਆ ਉਹ ਬਾਰਿਸ਼ ਹੋ ਰਹੀ ਹੈ ਤੇ ਉਸੇ ਤਰ੍ਹਾਂ ਜਿਹੜਾ ਕਰੋਨਾ ਦਾ ਕਹਿਰ ਵੀ ਕਾਫੀ ਜਿਹੜਾ ਫੈਲ ਰਿਹਾ, ਕਰੋਨਾ ਕਾਫੀ ਵੱਧ ਰਿਹਾ ਤੇ ਕੇਸਿਸ ਜਿਹੜੇ ਆ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚੋਂ, ਕਈ ਸਕੂਲਾਂ ਦੇ ਵਿੱਚੋਂ ਜਾਂ ਕਈ ਜਗ੍ਹਾ ਦੇ ਵਿੱਚੋਂ ਕਾਫੀ ਵੱਧ ਰਹੇ ਨੇ। ਤੇ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਇਹੀ ਸਿਨੇਮਰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਜਿਹੜਾ ਆ ਤੁਸੀਂ ਆਪਣੇ ਜਿਹੜੇ ਸ਼ਹਿਰ ਦਾ, ਆਪਣੇ ਸਿਟੀ ਦਾ ਜਿਹੜਾ ਆ ਕਰੋਨਾ ਦਾ ਜਿਹੜਾ ਪ੍ਰਭਾਵ ਪੈ ਰਿਹਾ, ਤੁਸੀਂ ਸਾਨੂੰ ਵੀ ਜਾਣੂ ਕਰਵਾਓ। ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿ ਜਿਹੜਾ ਇਹ ਕਰੋਨਾ ਦਾ ਪ੍ਰਭਾਵ ਹੈ ਕਿੱਥੇ ਕਿੱਥੇ ਹੋਰ ਪੈ ਰਿਹਾ ਤੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਰੋਨਾ ਦਾ ਕਹਿਰ ਤੋਂ ਅਸੀਂ ਨਿਕਲ ਕੇ ਆਏ ਸੀਗੇ, ਉਦੋਂ ਸਾਵਧਾਨੀਆਂ ਵਰਤੀਆਂ ਨੇ, ਅਸੀਂ ਮਤਲਬ ਚੰਗੀ ਤਰ੍ਹਾਂ ਹੱਥ ਧੋਣੇ ਨੇ ਤੇ ਮਾਸਕ ਦੇ ਨਾਲ ਜਿਹੜਾ ਮੂੰਹ ਢੱਕ ਕੇ ਰੱਖਣਾ ਆ ਤਾਂ ਕਿ ਜਿਹੜੀ ਅਜਿਹੀ ਭਿਆਨਕ ਬਿਮਾਰੀ ਹੈ ਇਸ ਨੂੰ ਅਸੀਂ ਵਧਣ ਤੋਂ ਰੋਕ ਸਕੀਏ। ਤੇ ਪੰਜਾਬ ਦਾ ਹੋਰ ਕੀ ਮਾਹੌਲ ਹੈ? ਅੱਜ ਪੰਜਾਬ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਦੀ ਰੈਲੀ ਦੇ ਵਿੱਚ ਜਿਹੜੇ ਨੇ ਉਹ ਸ਼ਾਮਿਲ ਹੋਣਗੇ ਤੇ ਜਿੱਥੇ ਪੰਜਾਬ ਦੇ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚੋਂ ਉਹਨਾਂ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਤੇ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਆ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ ਤੇ ਕੁਝ ਔਰਤਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਕਿਉਂਕਿ ਭਾਰਤ ਦੇ ਨਰਿੰਦਰ ਮੋਦੀ ਜਿਹੜੇ ਨੇ ਉਹ ਫਿਰੋਜ਼ਪੁਰ ਰੈਲੀ ਦੇ ਵਿੱਚ ਉਹਨਾਂ ਨੇ ਆਉਣਾ ਸੀਗਾ ਤੇ ਇਸੇ ਕਰਕੇ ਜਿਹੜੇ ਆ ਭਾਰਤ ਦੇ ਕਿਸਾਨ ਨੇ, ਪੰਜਾਬ ਦੇ ਕਿਸਾਨ ਨੇ, ਉਹਨਾਂ ਦਾ ਸਖਤ ਵਿਰੋਧ ਕੀਤਾ ਕਿਉਂਕਿ ਜਿਹੜੇ 700 ਤੋਂ ਵੀ ਵੱਧ ਜਿਹੜੇ ਕਿਸਾਨ ਨੇ ਉਹ ਦਿੱਲੀ ਦੀਆਂ ਬਰੂਹਾਂ ਤੇ ਆਪਣਾ ਸੰਘਰਸ਼ ਕਰਦੇ, ਆਪਣੇ ਹੱਕ ਜਿਹੜੇ ਮੰਗਦੇ ਉਹ ਸ਼ਹੀਦ ਹੋ ਗਏ ਸਨ ਤੇ ਹਲੇ ਵੀ ਜਿਹੜਾ ਆ ਉਹਨਾਂ ਦੇ ਕਈ ਮੁੱਦੇ ਪੈਂਡਿੰਗ ਪਏ ਨੇ। ਉਹਨਾਂ ਮੁੱਦਿਆਂ ਦੇ ਕਰਕੇ ਜਿਹੜਾ ਆ ਉਹ ਸ਼ਾਇਦ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਹਲੇ ਵੀ ਖੁਸ਼ ਨਹੀਂ ਤੇ ਉਹਨਾਂ ਤੋਂ ਨਾਰਾਜ਼ ਨੇ ਤੇ ਉਹਨਾਂ ਦੀ ਇਸ ਰੈਲੀ ਦਾ ਜਿਹੜਾ ਲਗਾਤਾਰ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਵਿਰੋਧ ਹੋ ਰਿਹਾ ਤੇ ਇਹਨਾਂ ਦੀ ਫਿਰੋਜ਼ਪੁਰ ਰੈਲੀ ਦੀ ਹੋਣੀ ਸੀ ਤੇ ਇੱਕ ਦਿਨ ਪਹਿਲਾਂ ਹੀ ਜਿਹੜੇ ਭਾਜਪਾ ਵਾਲੇ ਸੀ ਉਹਨਾਂ ਨੇ ਰਾਤ ਨੂੰ ਹਰ ਇੱਕ ਸ਼ਹਿਰ ਦੇ ਵਿੱਚ ਜਿਹੜੇ ਕੈਂਡਲ ਮਾਰਚ ਕੱਢ ਕੇ ਇਹ ਸੱਦਾ ਦਿੱਤਾ ਕਿ ਜਿਹੜਾ ਵੀ ਉਸ ਰੈਲੀ ਦੇ ਵਿੱਚ ਜਾਣਾ ਚਾਹੁੰਦਾ ਹੈ ਤੇ ਉਹ ਸਾਡੇ ਨਾਲ ਸੰਪਰਕ ਕਰਕੇ ਅਸੀਂ ਬੱਸਾਂ ਦੇ ਥਰੂ ਜਿਹੜਾ ਆ ਫਿਰੋਜ਼ਪੁਰ ਅਸੀਂ ਭੇਜਾਂਗੇ। ਤੇ ਦੂਸਰੀ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਮੋਦੀ ਦਾ ਮਨਪ੍ਰੀਤ ਬਾਦਲ ਨੇ ਭਗਵਾਂ ਸਵਾਗਤ ਕੀਤਾ। ਸੁਖਦੇਵ ਸਿੰਘ ਢੀਂਡਸਾ ਜਿਹੜੇ ਨੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਤੇ ਜਿਹੜੇ ਨੇ ਡੀਜੀਪੀ ਚਟੋਪਾਧਿਆਏ ਨੇ ਕੇਂਦਰੀ ਪੈਨਲ 'ਚ ਜਿਹੜੇ ਨੇ ਉਹ ਸ਼ਾਮਿਲ ਨਹੀਂ ਹੋਏ। ਇੱਦਾਂ ਦੇ ਜਿਹੜੇ ਹੋਰ ਵਿਚਾਰ ਚਰਚੇ ਨੇ ਅਸੀਂ ਉਹਨਾਂ 'ਤੇ ਗੱਲਬਾਤ ਕਰਾਂਗੇ। ਸਾਡੇ ਅੱਜ ਦੇ ਮੁੱਖ ਮਹਿਮਾਨ ਨਾਲ ਵੀ ਮੈਂ ਤੁਹਾਨੂੰ ਮਿਲਾਉਣਾ ਚਾਹਾਂਗਾ ਤੇ ਜਿਨ੍ਹਾਂ ਦੇ ਨਾਲ ਅਸੀਂ ਪੰਜਾਬ ਦੀ ਜਿਹੜੀ ਹੈ ਇਹ ਸਰਗਰਮੀਆਂ ਤੇ ਮੁੱਦਿਆਂ 'ਤੇ ਅਸੀਂ ਗੱਲਬਾਤ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਹਾਂਜੀ, ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਨੇ ਉਹ ਹਨ ਹਰਚੰਦ ਸਿੰਘ ਜੀ ਬਾਠ ਤੇ ਆਓ ਅਸੀਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਹੋਰ ਜਿਹੜੇ ਸਰਗਰਮ ਮੁੱਦੇ ਨੇ ਤੇ ਮੁੱਦਿਆਂ ਨੂੰ ਖੋਲ੍ਹ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਲਾਈਵ ਪ੍ਰੋਗਰਾਮ ਹੈ, ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜਿਹੜੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਹਾਂਜੀ ਸਰ, ਜਿਹੜਾ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇਹ ਖਬਰ ਹੈ ਕਿ ਫਿਰੋਜ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਨੇ। ਉਹਨਾਂ ਨੇ 4200 ਕਰੋੜ ਰੁਪਏ ਦਾ ਜਿਹੜਾ ਆ ਉਹ ਸਿਹਤ ਸਹੂਲਤਾਂ ਦੇ ਸੰਬੰਧ ਦੇ ਵਿੱਚ ਜਾਂ ਹੋਰ ਵੀ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਅਨੰਦਪੁਰੀ ਜੀ, ਪਹਿਲਾਂ ਤਾਂ ਸਾਰੇ ਸਾਡੇ ਦਰਸ਼ਕਾਂ ਨੂੰ ਜਿਹੜੀ ਹੈ ਉਹ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਨੂੰ ਉਮੀਦ ਹੈ ਕਿ ਸਾਰੇ ਸਾਡੇ ਦਰਸ਼ਕ ਜਿਹੜੇ ਆ ਠੀਕ ਠਾਕ ਹੋਣਗੇ, ਚੜ੍ਹਦੀ ਕਲਾ ਦੇ ਵਿੱਚ ਹੋਣਗੇ। ਅੱਜ ਜਿਹੜੇ ਆ ਬੜਾ ਪੰਜਾਬ ਦੇ ਲਈ ਬਹੁਤ ਇੰਪੋਰਟੈਂਟ ਜਿਹੜਾ ਦਿਨ ਹੈ। ਬੜੀਆਂ ਘਟਨਾਵਾਂ ਜਿਹੜੀਆਂ ਨੇ ਤੇਜ਼ੀ ਦੇ ਨਾਲ ਹੋ ਰਹੀਆਂ ਨੇ ਕਿਉਂਕਿ ਇਲੈਕਸ਼ਨ ਜਿਹੜਾ ਵਾ ਉਹ ਆ ਰਿਹਾ। ਇਸ ਬਾਰੇ ਜਿਹੜਾ ਵਾ ਇਹ ਗੱਲ ਕਲੀਅਰ ਹੈ ਕਿ ਕੋਡ ਆਫ ਕੰਡਕਟ ਜਿਹੜਾ ਉਹ ਕਿਸੇ ਵੇਲੇ ਵੀ ਲੱਗ ਸਕਦਾ। ਪਿਛਲੀ ਵਾਰ ਜਿਹੜਾ ਵਾ ਇਹਨਾਂ ਦਿਨਾਂ ਦੇ ਵਿੱਚ ਕੋਡ ਆਫ ਕੰਡਕਟ ਲੱਗ ਗਿਆ ਸੀ ਔਰ ਇਸ ਵਾਰੀ ਜਿਹੜਾ ਹੈ ਉਹ ਥੋੜਾ ਡਿਲੇ ਹੋ ਰਿਹਾ ਤੇ ਹੋ ਸਕਦਾ 2-4 ਦਿਨਾਂ ਦੇ ਵਿੱਚ ਜਿਹੜਾ ਜਾਂ 10 ਤਰੀਕ ਤੱਕ ਜਿਹੜਾ ਇਹ ਕੋਡ ਆਫ ਕੰਡਕਟ ਲੱਗ ਜਾਵੇ। ਇਸ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਇੱਕ ਜਿਹੜੀ ਦੌੜ ਹੈ ਉਹ ਸਾਰੀਆਂ ਸਿਆਸੀ ਧਿਰਾਂ ਦੇ ਵਿੱਚ ਲੱਗੀ ਹੋਈ ਹੈ
ਕਿ ਅਸੀਂ ਵੋਟਰਾਂ ਨੂੰ ਕਿਵੇਂ ਵੱਧ ਤੋਂ ਵੱਧ ਭਰਮਾ ਸਕਦੇ ਹਾਂ, ਕਿਵੇਂ ਉਹਨਾਂ ਨੂੰ ਲਾਰੇ ਲਾ ਸਕਦੇ ਹਾਂ, ਕਿਵੇਂ ਅਸੀਂ ਜਿਹੜੇ ਆ ਐਲਾਨ ਕਰ ਸਕਦੇ ਹਾਂ, ਕਿਵੇਂ ਅਸੀਂ ਜਿਹੜੀਆਂ ਨਵੀਆਂ ਸਕੀਮਾਂ ਤੇ ਨਵੀਆਂ ਜਿਹੜੀਆਂ ਤਜਵੀਜ਼ਾਂ ਨੇ ਉਹ ਲੋਕਾਂ ਸਾਹਮਣੇ ਰੱਖ ਸਕਦੇ ਹਾਂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੋਟਰਾਂ ਤੇ ਆਪਣਾ ਪ੍ਰਭਾਵ ਪਾ ਸਕੀਏ ਤੇ ਵੱਧ ਤੋਂ ਵੱਧ ਜਿਹੜੀ ਸਾਨੂੰ ਸਪੋਰਟ ਹੈ ਉਹ ਮਿਲ ਸਕੇ। ਇਹਦੇ ਵਿੱਚ ਚਾਹੇ ਪੰਜਾਬ ਦੀ ਗਵਰਨਮੈਂਟ ਹੋਵੇ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਤੇ ਬਾਸਪਾ ਹੈ, ਤੇ ਚਾਹੇ ਬੀਜੇਪੀ ਜਿਹੜਾ ਹੁਣ ਤਿੰਨ ਧਿਰਾਂ ਰਲੀਆਂ ਨੇ। ਅਮਰਿੰਦਰ ਸਿੰਘ ਵੀ ਜਿਹੜਾ ਕੱਲ ਤੱਕ ਉਹਨੂੰ ਗਾਲਾਂ ਕੱਢਦਾ ਸੀ ਬੀਜੇਪੀ ਨੂੰ ਕਿ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ, ਅੱਜ ਉਹਦੇ ਨਾਲ ਜਾ ਹੱਥ ਮਿਲਾਏ ਨੇ। ਔਰ ਨਾਲ ਦੀ ਨਾਲ ਜਿਹੜਾ ਸੰਯੁਕਤ ਅਕਾਲੀ ਦਲ ਹੈ ਢੀਂਡਸਾ, ਜਿਹੜੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਉਹਦੇ ਪ੍ਰਧਾਨ ਨੇ, ਉਹ ਵੀ ਉਹਨਾਂ ਦੇ ਨਾਲ ਰਲ ਚੁੱਕੇ ਨੇ। ਤੁਸੀਂ ਬਿਲਕੁਲ ਠੀਕ ਦੱਸਿਆ ਹੈ ਕਿ ਜਿਹੜਾ ਵਾ ਉਹ ਢੀਂਡਸਾ ਹੁਣੀ ਜਿਹੜੇ ਆ ਉਹ ਕਹਿੰਦੇ ਕਿ ਕਰੋਨਾ ਤੋਂ ਉਹਨਾਂ ਦੀ ਪ੍ਰੋਬਲਮ ਹੈ, ਸ਼ਾਇਦ ਉਹਨਾਂ ਨੂੰ ਜਿਹੜੇ ਆ ਇਨਫੈਕਸ਼ਨ ਹੋਈ ਹੈ, ਇਸ ਕਰਕੇ ਉਹ ਨਹੀਂ ਜਾ ਰਹੇ। ਪਰ ਦੂਸਰੇ ਪਾਸੇ ਜੇ ਅਸੀਂ ਦੇਖਦੇ ਹਾਂ ਨਾ, ਤੇ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਆਮ ਕਰਕੇ ਜੋ ਪ੍ਰੋਟੋਕੋਲ ਹੁੰਦਾ, ਹਾਂਜੀ, ਪ੍ਰੋਟੋਕੋਲ ਦੇ ਵਿੱਚ ਚਾਹੇ ਸੂਬੇ ਦੇ ਵਿੱਚ ਕੋਈ ਹੋਰ ਗਵਰਨਮੈਂਟ ਹੈ, ਪਰ ਜਦੋਂ ਵੀ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਉਸ ਸੂਬੇ ਦੇ ਵਿੱਚ ਆਉਂਦਾ ਹੈ, ਵਿਜ਼ਿਟ ਕਰਦਾ ਹੈ, ਤਾਂ ਇੱਕ ਪ੍ਰੋਟੋਕੋਲ ਦੇ ਤੌਰ ਤੇ ਉਹਨੂੰ ਸਾਹਮਣੇ ਰੱਖਦਿਆਂ ਹੋਇਆਂ ਮੁੱਖ ਮੰਤਰੀ ਜਿਹੜਾ ਹੈ ਉਹਦਾ ਸਵਾਗਤ ਕਰਦਾ। ਇਹ ਮਤਲਬ ਲੰਮੇ ਸਮੇਂ ਤੋਂ ਇਕੱਲੇ ਪੰਜਾਬ ਦੇ ਵਿੱਚ ਨਹੀਂ, ਸਾਰੇ ਸਾਡੇ ਜਿਹੜੇ ਹਿੰਦੁਸਤਾਨ ਦੇ ਸੂਬੇ ਆ ਉਹਦੇ ਵਿੱਚ ਇੱਕ ਪ੍ਰੋਟੋਕਾਲ, ਇੱਕ ਜਿਹੜਾ ਵਾ ਇੱਕ ਟ੍ਰੈਡੀਸ਼ਨ, ਰਵਾਇਤ ਜਿਹੜੀ ਹੈ ਉਹ ਬਣੀ ਹੋਈ ਹੈ। ਪਰ ਅੱਜ ਤੁਸੀਂ ਦੇਖੋ ਕਿ ਅੱਜ ਜਿਹੜੇ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਸਾਹਿਬ, ਉਹ ਉਹਨਾਂ ਦਾ ਵੈਲਕਮ ਕਰਨ ਜਾਂ ਸਵਾਗਤ ਕਰਨ ਜਾਂ ਰਿਸੀਵ ਕਰਨ ਉੱਥੇ ਨਹੀਂ ਗਏ ਫਿਰੋਜ਼ਪੁਰ ਦੇ ਵਿੱਚ। ਉਹਨਾਂ ਨੇ ਜਿਹੜੀ ਡਿਊਟੀ ਹੈ ਉਹ ਮਨਪ੍ਰੀਤ ਬਾਦਲ ਸਾਹਿਬ ਦੀ, ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ, ਉਹਨਾਂ ਦੀ ਡਿਊਟੀ ਲਾਈ ਆ। ਉਹਨਾਂ ਨੇ ਉੱਥੇ ਉਹਨਾਂ ਦਾ ਵੈਲਕਮ ਕੀਤਾ ਤੇ ਰਿਸੀਵ ਕੀਤਾ। ਇਹਦੇ 'ਚ ਜਿਹੜਾ ਵਾ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਹੈ ਉਹ ਸਿਆਸਤ ਮੈਨੂੰ ਲੱਗ ਰਹੀ ਹੈ ਕਿ ਉਹ ਸ਼ਾਇਦ ਇਹ ਨਹੀਂ ਦੱਸਣਾ ਚਾਹੁੰਦੇ ਕਿ ਮੇਰੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਮੋਦੀ ਨੂੰ ਵੈਲਕਮ ਕਰਨ ਦੇ ਵਿੱਚ, ਉਹਨੂੰ ਰਿਸੀਵ ਕਰਨ ਦੇ ਵਿੱਚ, ਸਵਾਗਤ ਕਰਨ ਦੇ ਵਿੱਚ ਕੋਈ ਰੁਚੀ ਹੈ, ਜਾਂ ਮੈਂ ਕਿਸੇ ਤਰ੍ਹਾਂ ਜਿਹੜਾ ਵਾ ਉਹਨਾਂ ਨੂੰ ਪ੍ਰਮੋਟ ਕਰ ਰਿਹਾ। ਤੇ ਬਲਕਿ ਜਿਹੜਾ ਵਾ ਦੂਸਰੇ ਪੱਧਰ ਦਾ ਵੀ ਨਹੀਂ, ਜਿਹੜਾ ਕੋਈ ਡਿਪਟੀ ਚੀਫ ਮਿਨਿਸਟਰ ਨਹੀਂ, ਬਲਕਿ ਇੱਕ ਵਿੱਤ ਮੰਤਰੀ ਜਿਹੜਾ ਆਮ ਬਾਕੀ ਜਿਹੜੇ 20 ਮੰਤਰੀ ਹੋਣਗੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਜਾ ਕੇ ਉਹ ਜਿਹੜੀ ਇੱਕ ਰਵਾਇਤ ਆ ਉਹਦੀ ਜਿਹੜੀ ਆ ਉਹਨੂੰ ਪੂਰੀ ਕਰ ਰਿਹਾ ਤੇ ਉਹਨਾਂ ਨੂੰ ਉੱਥੇ ਰਿਸੀਵ ਕਰ ਰਿਹਾ। ਇਹ ਤਾਂ ਇਹਦੀ ਸਾਰੀ ਬੈਕਗ੍ਰਾਉਂਡ ਜਿਹੜੀ ਉਹ ਸਿਆਸਤ ਤੇ ਚੋਣਾਂ ਨੂੰ ਸਾਹਮਣੇ ਰੱਖ ਕੇ ਜਿਹੜੀ ਮੈਂ ਗੱਲ ਕੀਤੀ ਹੈ। ਹੁਣ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਹੈ ਕਿ ਉਹਨਾਂ ਨੇ ਐਲਾਨ ਕੀ ਕਰਨੇ ਆ, ਜਿਹੜੇ ਉਹਨਾਂ ਨੇ ਐਲਾਨ ਕਰਨੇ ਆ ਇਹ ਤਾਂ ਅਜੇ ਅਟਕਲ ਪੱਚੂ ਆ। ਮਤਲਬ ਕੀ ਐਗਜ਼ੈਕਟਲੀ ਐਲਾਨ ਕਰਦੇ ਆ, ਹੁਣੇ ਰੀਸੈਂਟ ਜਿਹੜੀ ਨਿਊਜ਼ ਆ ਰਹੀ ਸੀ ਵੀ ਉਹ ਕੁਝ ਹੀ ਮਿੰਟਾਂ ਦੇ ਵਿੱਚ ਜਾਂ ਕੁਝ ਹੀ ਸਮੇਂ ਦੇ ਵਿੱਚ ਉਹ ਜਿੱਥੇ ਰੈਲੀ ਹੋ ਰਹੀ ਆ ਉੱਥੇ ਪਹੁੰਚ ਰਹੇ ਆ। ਹਾਂਜੀ, ਉਸ ਤੋਂ ਬਾਅਦ ਉਹ ਕੀ ਐਲਾਨ ਕਰਦੇ ਆ। ਹਾਂਜੀ, ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਹ ਜਿਹੜਾ ਪੰਜਾਬ ਦੇ ਵਿੱਚ ਬਾਰਿਸ਼ ਦਾ ਮਾਹੌਲ ਹੈ, ਮੌਸਮ ਖਰਾਬ ਹੋਣ ਦੇ ਕਰਕੇ ਜਿਹੜਾ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਨੇ ਉਹ ਹੁਸੈਨੀਵਾਲਾ ਬਾਰਡਰ ਤੋਂ ਹੁੰਦਿਆਂ ਹੋਇਆਂ ਉਹ ਇਸ ਰੈਲੀ ਦੇ ਵਿੱਚ ਪਹੁੰਚਣਗੇ, ਕਿਉਂਕਿ ਮੌਸਮ ਜਿਹੜਾ ਖਰਾਬ ਹੈ ਉਹਦੀ ਵਜ੍ਹਾ ਕਰਕੇ ਜਿਹੜਾ ਆ ਉਹ ਹੁਸੈਨੀਵਾਲਾ ਬਾਰਡਰ ਦੀ ਹੁੰਦੇ ਹੋਏ ਉਹ ਆਪਣੀ ਰੈਲੀ ਦੇ ਵਿੱਚ ਪਹੁੰਚਣਗੇ। ਤੇ ਕਾਫੀ ਤਾਦਾਦ ਦੇ ਵਿੱਚ ਜਿਹੜਾ ਵੱਡਾ ਪੰਡਾਲ ਹੈ ਤੇ ਉੱਥੇ ਬਹੁਤ ਜਣਿਆਂ ਦੇ ਆਉਣ ਦੀ, ਆਮਦ ਦੀ ਵੀ ਜਿਹੜੀ ਹੈ ਖਬਰ ਮਿਲਦੀ ਪਈ ਹੈ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਆ, ਪਰ ਜਿੱਥੋਂ ਤੱਕ ਮੌਸਮ ਦਾ ਜਿਹੜਾ ਵਾ ਉਹ ਖਰਾਬ ਹੋਣ ਦਾ ਜਿਹੜਾ ਵਾ ਉਹ ਸਬੰਧ ਹੈ, ਉਹਦੇ ਨਾਲ ਉਹਨਾਂ ਨੇ ਐਲਾਨ ਕੀ ਕਰਨੇ ਨੇ ਆ ਕੇ ਰੈਲੀ ਦੇ ਵਿੱਚ, ਉਹਨਾਂ ਦੋਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ। ਕਿਉਂਕਿ ਮੌਸਮ ਨੇ ਜਿਹੜਾ ਆਪਣੇ ਤਰੀਕੇ ਦੇ ਨਾਲ ਜਿਹੜੇ ਆ ਉਹ ਅਗਲੇ 4 ਦਿਨਾਂ ਤੱਕ ਇਹ ਭਵਿੱਖਬਾਣੀ ਆ ਰਹੀ ਹੈ ਕਿ ਸ਼ਾਇਦ ਜਿਹੜੇ ਉਹ ਮੀਂਹ ਪੈਣ। ਔਰ ਇਹ ਜਿਹੜਾ ਮੀਂਹ ਆ ਇਹਨਾਂ ਸਰਦੀਆਂ ਦੇ ਵਿੱਚ ਮੀਂਹ ਪੈਣਾ ਇੱਕ ਜ਼ਰੂਰੀ ਵੀ ਹੈ। ਇਹ ਕੁਦਰਤ ਦਾ ਇੱਕ ਜਿਹੜਾ ਪਰਿਕਰਮ ਹੈ, ਕੁਦਰਤ ਦੇ ਨਿਯਮ ਹੈ, ਉਹ ਆਪਣੇ ਮੁਤਾਬਕ ਜਿਹੜਾ ਚੱਲਦੀ ਆ। ਘੱਟੋ ਘੱਟ ਇਹ ਗੱਲ ਤਾਂ ਹੈ ਕਿ ਕੁਦਰਤ ਦੇ ਉੱਤੇ ਅਜੇ ਤੱਕ ਕੋਈ ਸਿਆਸੀ ਕੰਟਰੋਲ ਨਹੀਂ ਹੈ, ਨਹੀਂ ਤਾਂ ਉਹ ਵੀ ਉਹਨਾਂ ਨੂੰ ਜਿਹੜਾ ਵਾ ਉਹ ਕਹਿੰਦੇ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਹੋਣਾ ਚਾਹੀਦਾ। ਇਹ ਸਾਡੀ ਫਸਲ ਦੇ ਲਈ ਵੀ, ਖਾਸ ਕਰਕੇ ਕਣਕ ਦੀ ਫਸਲ ਦੇ ਲਈ ਵੀ, ਤੇ ਜਿਹੜੀ ਧੂੜ ਮਿੱਟੀ ਚੜੀ ਆ ਉਹਦੇ ਲਈ ਵੀ ਸਾਫ਼ ਹੋਣਾ। ਤੇ ਚੰਗੀ ਗੱਲ ਹੈ ਕਿ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਸੁੱਕੀ ਠੰਡ ਜਿਹੜੀ ਹੈ ਉਹ ਬੜੀ ਮਾੜੀ ਹੁੰਦੀ ਹੈ, ਤੇ ਇਹ ਜਿਹੜਾ ਬਾਰਿਸ਼ ਹੋਣਾ ਵਾ ਇਹ ਸਾਰਿਆਂ ਦੇ ਹੀ ਹੱਕ ਦੇ ਵਿੱਚ ਹੈ। ਹੁਣ ਜਿੱਥੋਂ ਤੱਕ ਉਹਨਾਂ ਨੇ ਐਲਾਨ ਕੀ ਕਰ ਰਹੇ ਆ, ਇੱਕ ਤਾਂ ਵੇਖੋ ਇਹ ਗੱਲ ਕਲੀਅਰ ਹੈ ਕਿ ਉੱਥੇ ਇੱਕ PGI ਦਾ ਇੱਕ ਜਿਹੜਾ ਵਾ ਉਹ ਇੱਕ ਉਹਦੀ ਐਡੀਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਇੱਕ ਸੈਂਟਰ ਉੱਥੇ ਬਣਾ ਰਹੇ ਨੇ, ਜਿਹਦੇ ਵਿੱਚ ਕਹਿੰਦੇ ਆ ਕਿ 100 ਬੈੱਡ ਜਿਹੜੇ ਆ ਉਹ ਹੋਣਗੇ ਤੇ ਉਹ ਇਲਾਜ ਜਿਹੜਾ ਵਾ ਉੱਥੇ ਲੋਕ ਜਿਹੜੇ ਲੋਕਲ ਲੋਕ ਜਿਹੜੇ ਮਾਲਵੇ ਦੇ ਆ ਉਹ ਉੱਥੇ ਕਰਾ ਸਕਣਗੇ। ਇਹਨੂੰ ਅਸੀਂ ਵੇਖੋ ਹਰ ਗੱਲ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਇੱਕ ਬੜੀ ਚੰਗੀ ਗੱਲ ਹੈ ਕਿ ਉਸ ਏਰੀਏ ਦੇ ਵਿੱਚ
ਜਿਹੜਾ ਵਾ ਕੋਈ ਬਹੁਤ ਵੱਡਾ ਹਸਪੀਟਲ ਨਹੀਂ ਹੈ ਤੇ ਲੋਕਾਂ ਨੂੰ ਉੱਥੋਂ ਜਿਹੜਾ ਵਾ ਚੰਡੀਗੜ੍ਹ ਦੇ ਵਿੱਚ ਜਿਹੜਾ ਵਾ ਪੀਜੀਆਈ ਜਾਣਾ ਪੈਂਦਾ ਸੀ, ਜਾਂ ਉੱਥੇ ਜਿਹੜਾ ਹੁਣ ਬਠਿੰਡੇ ਦੇ ਵਿੱਚ ਇੱਕ ਉਹਦਾ ਜਿਹੜਾ ਵਾ ਉਹ ਖੁੱਲਿਆ ਹੋਇਆ ਏਮਜ਼ ਦਾ ਖੁੱਲਿਆ ਹੋਇਆ, ਉੱਥੇ ਜਾਣਾ ਪੈਂਦਾ ਸੀ। ਇਸ ਕਰਕੇ ਇਹ ਤਾਂ ਕਲੀਅਰ ਹੈ ਕਿ ਉਹਦਾ ਉਦਘਾਟਨ ਕਰਨ ਦੇ ਲਈ ਉਹਨਾਂ ਨੇ ਆਉਣਾ। ਹੋਰ ਸਿਆਸੀ ਐਲਾਨ ਕੀ ਕਰਦੇ ਨੇ? ਪੰਜਾਬ ਦੇ ਵੋਟਰਾਂ ਨੂੰ ਖਿੱਚਣ ਦੇ ਲਈ, ਅਟਰੈਕਟ ਕਰਨ ਦੇ ਲਈ, ਔਰ ਆਪਣਾ ਜਿਹੜਾ ਵਾ ਉਹ ਪਿਛਲੇ ਸਮੇਂ ਤੇ ਜੋ ਪੰਜਾਬ ਦੇ ਲੋਕ ਉਹਦੇ ਖਿਲਾਫ ਹੋਏ ਨੇ, ਖਾਸ ਕਰਕੇ ਕਿਸਾਨ ਸੰਘਰਸ਼ ਦੇ ਦੌਰਾਨ ਜਿਹੜਾ ਬਹੁਤ ਲੰਮਾ ਸਮਾਂ ਚੱਲਿਆ, ਜਿਹਦੇ ਵਿੱਚ ਕੋਈ 700 ਤੋਂ ਉੱਪਰ ਕਿਸਾਨਾਂ ਨੇ ਆਪਣੀਆਂ ਹੂਤੀਆਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ, ਉਹ ਵੀ ਉਹਦਾ ਪੱਖ ਹੈ। ਉਹਦੇ ਵਿੱਚੋਂ ਕਿੰਨੇ ਕੁ ਪੈਕੇਜ ਦਿੰਦੇ ਨੇ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਇਹ ਜਿਹੜੀ ਆ ਡਿਮਾਂਡ ਆ ਰਹੀ ਸੀ ਕਿ ਤੁਸੀਂ ਵੇਖੋ ਹਿਮਾਚਲ ਦੇ ਵਿੱਚ ਬਹੁਤ ਸਾਰੀਆਂ ਰਾਹਤਾਂ ਜਿਹੜੀਆਂ ਇੰਡਸਟਰੀ ਨੂੰ ਦਿੱਤੀਆਂ ਕਿ ਅਸੀਂ ਅਗਲੇ 10 ਸਾਲ ਤੱਕ ਜਾਂ 20 ਸਾਲ ਤੱਕ ਕੋਈ ਟੈਕਸ ਨਹੀਂ ਲਵਾਂਗੇ, ਉਹਨਾਂ ਨੂੰ ਜ਼ਮੀਨਾਂ ਸਸਤੇ ਭਾਅ ਤੇ ਦੇਵਾਂਗੇ, ਉਹਨਾਂ ਨੂੰ ਹੋਰ ਬਹੁਤ ਸਾਰੀਆਂ ਫੈਸਿਲਿਟੀ ਤੁਸੀਂ ਦਿੱਤੀਆਂ। ਇਹਦਾ ਕਰਕੇ ਜਿਹੜਾ ਵਾ ਉਹ ਹਿਮਾਚਲ ਦੇ ਵਿੱਚ ਵੱਡੀ ਤੋਂ ਲੈ ਕੇ ਅੱਗੇ ਤੱਕ ਸੋਲਨ ਤੱਕ ਤੇ ਹੋਰ ਖੇਤਰਾਂ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਇੰਡਸਟਰੀ ਲੱਗੀ ਹੈ, ਜਿਹਦੇ ਵਿੱਚ ਜਿਹੜਾ ਵਾ ਉਹ ਦਵਾਈਆਂ ਦੀ ਇੰਡਸਟਰੀ ਜਿਹੜੀ ਹੈ ਉਹ ਕਾਫੀ ਫਾਰਮਾਸਿਊਟੀਕਲ ਜਿਹੜੀਆਂ ਕੰਪਨੀਆਂ ਨੇ ਉਹ ਵੱਡੀ ਦੇ ਵਿੱਚ ਤੇ ਹੋਰ ਏਰੀਏ ਦੇ ਵਿੱਚ ਆਈਆਂ ਨੇ। ਹੁਣ ਕੀ ਉਸੇ ਪੈਟਰਨ ਦੇ ਉੱਤੇ ਪੰਜਾਬ ਦੇ ਵਿੱਚ ਵੀ ਉਹ ਤੁਸੀਂ ਰਾਹਤ ਦੇ ਰਹੇ ਹੋ ਸੈਂਟਰ ਦੇ ਵੱਲੋਂ ਕਿ ਠੀਕ ਹੈ ਅਸੀਂ ਵੀ ਇਹਨਾਂ ਦੇ ਜਿਹੜਾ ਉਹ ਇੱਕ ਟੈਕਸ ਦੀ ਕਰਾਂ ਦੀ ਜਿਹੜੀ ਛੋਟ ਦਿੰਨੇ ਆ ਕਿ ਠੀਕ ਹੈ ਇੱਥੇ ਵੀ ਇੰਡਸਟਰੀਆਂ ਆਉਣਗੀਆਂ, ਇਹਨਾਂ ਨੂੰ ਅਸੀਂ ਪੈਕੇਜ 20 ਸਾਲ ਦਾ ਜਾਂ ਅਗਲੇ 25 ਸਾਲ ਦਾ ਦਿੰਨੇ ਆ ਕਿ ਟੈਕਸਾਂ ਤੋਂ ਰਾਹਤ ਮਿਲੇਗੀ, ਜ਼ਮੀਨਾਂ ਸਸਤੀਆਂ ਉਹਦੇ ਵਿੱਚ ਵੀ ਅਸੀਂ ਜਿਹੜਾ ਕਨਸੈਸ਼ਨ ਦੇਵਾਂਗੇ, ਜਾਂ ਹੋਰ ਕੀ ਕਰਦੇ ਨੇ? ਪੰਜਾਬ ਦੇ ਹੁਣ ਬਾਦਲ ਸਾਹਿਬ ਵੀ ਕੱਲ ਬੋਲੇ, ਭਾਵੇਂ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਤੇ ਬਾਕੀ ਸਾਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਇਸ ਗੱਲ ਤੇ ਕਦੇ ਉਹਨਾਂ ਨੇ ਇਸ ਗੱਲ ਨੂੰ ਉਠਾਇਆ ਕਿ ਚੰਡੀਗੜ੍ਹ ਜਿਹੜਾ ਵਾ ਉਹ ਪੰਜਾਬ ਦੀ ਧਰਤੀ ਤੇ ਬਣਿਆ ਸੀ, ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਹੋਣਾ ਚਾਹੀਦਾ। ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਉਹ ਪੰਜਾਬ ਤੋਂ ਬਾਹਰ ਰਹੇ ਨੇ, ਚਾਹੇ ਉਹ ਰਾਜਸਥਾਨ ਦਾ ਕੁਝ ਏਰੀਆ ਹੋਵੇ, ਚਾਹੇ ਹਰਿਆਣੇ ਦੇ ਵਿੱਚ ਹੋਵੇ, ਉਹ ਪੰਜਾਬ ਦੇ ਵਿੱਚ ਜਿਹੜਾ ਟਰਾਂਸਫਰ ਹੋਣਾ ਚਾਹੀਦਾ, ਕਿਉਂਕਿ ਜਿਹੜਾ ਇੱਕ ਪ੍ਰਿੰਸੀਪਲ ਇਹ ਸੀ ਕਿ ਪੰਜਾਬੀ ਬੋਲਦੇ ਇਲਾਕੇ ਜਿਹੜੇ, ਤੇ ਪੰਜਾਬੀ ਬੋਲਦੇ ਇਲਾਕੇ ਸਾਨੂੰ ਸਾਰਿਆਂ ਨੂੰ ਪਤਾ ਕਿ ਉਹ ਕਾਫੀ ਏਰੀਆ ਜਿਹੜਾ ਵਾ ਉਹ ਲੋਕ ਜਿਹੜੇ ਆ ਪੰਜਾਬ ਤੋਂ ਬਾਹਰ ਰਹਿ ਗਏ ਨੇ। ਹੁਣ ਉਹਦੇ ਬਾਰੇ ਕੀ ਐਲਾਨ ਕਰਦੇ ਨੇ, ਕਿਉਂਕਿ ਉਹ ਬੜਾ ਇੱਕ ਸੈਂਸਿਟਿਵ ਇਸ਼ੂ ਹੈ, ਚਾਹੇ ਪਿਛਲੇ ਸਮੇਂ ਤੋਂ ਜਿਹੜਾ ਵਾ ਉਹ 20-25 ਸਾਲ ਤੋਂ ਇਗਨੋਰ ਹੋਇਆ ਪਿਆ, ਕਿਸੇ ਨੇ ਉਸ ਨੂੰ ਜਿਹੜਾ ਇਸ਼ੂ ਇਲੈਕਸ਼ਨਾਂ ਦੇ ਵਿੱਚ ਵੀ ਨਹੀਂ ਬਣਾਇਆ ਹੈ ਤੇ ਅਦਰਵਾਈਜ਼ ਵੀ ਨਹੀਂ ਬਣਾਇਆ ਹੈ, ਜਦੋਂ ਕਿ ਬੜੇ ਮੋਰਚੇ ਇਸ ਗੱਲ ਦੇ ਉੱਤੇ ਲੱਗਦੇ ਰਹੇ ਨੇ। ਹੁਣ ਉਹਦੇ ਬਾਰੇ ਕੀ ਐਲਾਨ ਕਰਦੇ ਨੇ ਤੇ ਕੀ ਹੁੰਦਾ, ਇਹ ਇੱਕ ਆਉਣ ਵਾਲੀ ਜਿਹੜੀ ਸਮਾਂ ਵਾ ਥੋੜੇ ਚਿਰ ਬਾਅਦ ਸਾਨੂੰ ਪਤਾ ਲੱਗ ਜੂਗਾ ਕਿ ਕਿੰਨਾ ਕੁ ਕਰ ਰਹੇ। ਪਰ ਇੱਕ ਗੱਲ ਜਿਹੜੀ ਸਾਫ਼ ਹੈ ਕਿ ਪੰਜਾਬ ਦੇ ਲੋਕ ਅਜੇ ਵੀ ਚਾਹੇ ਉਹ ਜਿੰਨੇ ਮਰਜ਼ੀ ਐਲਾਨ ਕਰ ਲੈਣ, ਉਹਨਾਂ ਦੇ ਵਿੱਚ ਗੁੱਸਾ ਮੋਦੀ ਸਰਕਾਰ ਦੇ ਖਿਲਾਫ ਹੈ ਤੇ ਉਹ ਜੈਨੂਇਨ ਗੁੱਸਾ ਵਾ, ਉਹ ਰਹੇਗਾ ਕਾਫੀ ਸਮੇਂ ਤੱਕ, ਕਿਉਂਕਿ ਜਿਸ ਤਰ੍ਹਾਂ ਦੀਆਂ ਨੀਤੀਆਂ ਇਹਨਾਂ ਨੇ ਬਣਾਈਆਂ, ਜਿਸ ਤਰ੍ਹਾਂ ਦਾ ਦਮਨ ਜਿਹੜਾ ਲੋਕਾਂ ਤੇ ਕੀਤਾ, ਜਿਸ ਤਰ੍ਹਾਂ ਦਾ ਕਿਸਾਨਾਂ ਨੂੰ ਬਦਨਾਮ ਕਰਨ ਦੇ ਵੱਖਰੇ ਤੌਰ ਦੇ ਉੱਤੇ ਕੀਤਾ, ਉਹ ਵੀ ਇੱਕ ਸਾਡੇ ਸਾਹਮਣੇ ਪਿਛਲੇ ਤੌਰ ਤੇ ਗੱਲ ਹੈ। ਔਰ ਇਹਦੇ ਸੰਬੰਧ ਦੇ ਵਿੱਚ ਇਹ ਦੱਸ ਦਈਏ ਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ, ਜਿਹਦੇ ਵਿੱਚ ਉਗਰਾਹਾਂ ਸਾਹਿਬ ਦੀ ਜਿਹੜੀ ਜਥੇਬੰਦੀ ਆ ਉਹ ਸ਼ਾਮਲ ਆ, ਜਿਨ੍ਹਾਂ ਨੇ ਕਿਹਾ ਕਿ ਅਸੀਂ ਉਹਦੀ ਜਿਹੜੀ ਇੱਥੇ ਵਿਜ਼ਿਟ ਹੈ ਉਹਦਾ ਅਸੀਂ ਵਿਰੋਧ ਕਰਾਂਗੇ। ਬਾਕੀ ਜਗ੍ਹਾ ਤੇ ਇੱਥੇ ਵੀ ਲੋਕ ਜਿਹੜਾ ਆਪਣੇ ਤਰੀਕੇ ਦੇ ਨਾਲ ਵਿਰੋਧ ਕਰ ਰਹੇ ਨੇ। ਔਰ ਅੱਜ ਟਵਿੱਟਰ ਤੇ ਵੀ ਜਿਹੜਾ ਵਾ ਮੋਦੀ ਗੋ ਬੈਕ ਦੇ ਨਾਂ ਦੇ ਉੱਤੇ ਜਿਹੜਾ ਇੱਕ ਚੱਲ ਰਿਹਾ, ਉਹਦੇ ਵਿੱਚ ਵੀ ਉਹ ਇੱਕ ਹਿੰਦੁਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਇੱਕ ਨੰਬਰ ਦੇ ਉੱਤੇ ਜਿਹੜਾ ਟਵਿੱਟਰ ਹੈ ਉਹ ਜਾ ਰਿਹਾ, ਕਿਉਂਕਿ ਲੋਕ ਆਪਣੇ ਜਿਹੜੇ ਰਿਐਕਸ਼ਨ ਹੈ ਮੋਦੀ ਗੋ ਬੈਕ ਦੇ ਉੱਤੇ ਦੇ ਰਹੇ ਨੇ। ਰੀਸੈਂਟ ਜਸਟ ਕੁਝ ਮਿੰਟਾਂ ਤੱਕ ਜਿਹੜਾ ਵਾ ਉਹ ਮੈਂ ਦੇਖ ਰਿਹਾ ਸੀ ਕਿ ਉਹ ਨੰਬਰ 1 ਤੇ ਚੱਲ ਰਿਹਾ ਹੈ ਵਿਦ ਕੈਪਸ਼ਨ ਕਿ ਮੋਦੀ ਗੋ ਬੈਕ। ਤੇ ਇਹ ਸਾਰਾ ਕੁਝ ਜਿਹੜਾ ਵਾ ਦੋਨੋਂ ਪਾਸੇ ਰਲਿਆ ਮਿਲਿਆ ਜਿਹੜਾ ਰਿਐਕਸ਼ਨ ਹੈ ਉਹ ਚੱਲ ਰਿਹਾ। ਹੁਣ ਉਹ ਕੀ ਐਲਾਨ ਕਰਦਾ, ਉਹਦੇ ਵਿੱਚ ਅਮਰਿੰਦਰ ਜਿਹੜਾ ਉੱਥੇ ਕੀ ਬੋਲਦਾ, ਕਿਉਂਕਿ ਇਹ ਸੰਭਾਵਨਾ ਵੀ ਉਹ ਵੀ ਜਾਏਗਾ, ਜਾਂ ਸੰਯੁਕਤ ਅਕਾਲੀ ਦਲ ਦਾ ਜੇ ਢੀਂਡਸਾ ਸਾਹਿਬ ਨਹੀਂ ਗਏ ਹੈ ਤੇ ਬਾਕੀ ਜਿਹੜੇ ਉੱਥੇ ਲੀਡਰ ਜਾਣਗੇ ਉਹ ਕੀ ਕਹਿੰਦੇ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਉਹ ਸਾਨੂੰ ਥੋੜੇ ਸਮੇਂ ਤੱਕ ਜਿਹੜੀਆਂ ਵਾ ਉਹ ਕਲੀਅਰ ਹੋ ਜਾਣਗੀਆਂ। ਪਰ ਇੱਕ ਗੱਲ ਜਿਹੜੀ ਆ ਉਹ ਸਾਫ਼ ਹੈ ਕਿ ਬੜੇ ਚਿਰ ਬਾਅਦ ਮੋਦੀ ਨੂੰ ਜਿਹੜਾ ਇੱਥੇ ਆਉਣ ਦੀ ਲੋੜ ਪਈ, ਉਹ ਸਿਰਫ ਇੱਕ ਸਿਆਸੀ ਜ਼ਰੂਰਤ ਉਹਦੀ ਬਣ ਗਈ, ਸਿਆਸੀ ਮਜਬੂਰੀ ਜਿਹੜੀ ਬਣ ਗਈ, ਕਿਉਂਕਿ ਪੰਜਾਬ ਦੇ ਵਿੱਚ ਜੋ ਬੀਜੇਪੀ ਦੀ ਹਾਲਤ ਹੈ, ਸ਼ਾਇਦ ਮੋਦੀ ਸਾਹਿਬ ਨੂੰ ਲੱਗ ਰਿਹਾ ਕਿ ਮੈਂ ਉਹਨੂੰ ਉਸ ਚਿੱਕੜ ਦੇ ਵਿੱਚੋਂ, ਜਾਂ ਉਹ ਜਿਹੜੀ ਇੱਕ ਬਹੁਤ ਕਮਜ਼ੋਰੀ ਦੀ ਹਾਲਤ ਸੀ, ਲੋਕਾਂ ਦਾ ਵਿਰੋਧ ਜਿਹੜਾ ਸਾਹਮਣਾ ਕਰਨਾ ਪਿਆ ਰਿਹਾ ਸੀ, ਉਹਨਾਂ ਹਾਲਤਾਂ ਚੋਂ ਕੱਢ ਦੇਵਾਂਗਾ ਔਰ ਇਲੈਕਸ਼ਨ ਦੇ ਵਿੱਚ ਸ਼ਾਇਦ ਉਹ ਬਾਕੀ ਧਿਰਾਂ ਦੇ ਨਾਲ ਰਲ ਕੇ ਕੁਝ ਚੰਗਾ ਪਰਫਾਰਮ ਕਰ ਸਕਣ। ਇਹ ਇੱਕ ਸਿਆਸੀ ਮਜਬੂਰੀ, ਸਿਆਸੀ ਜ਼ਰੂਰਤ
ਜਿਹੜੀ ਹੈ ਉਹਨਾਂ ਦੀ ਬਣੀ ਹੈ। ਉਹ ਕਿੰਨਾ ਕੁ ਸਫਲ ਹੁੰਦੇ ਆ, ਕਿੰਨਾ ਕੁ ਨਹੀਂ ਹੁੰਦੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਹਾਂਜੀ ਸਰ, ਜਿਵੇਂ ਅਸੀਂ ਜਾਣਦੇ ਹਾਂ ਜਿਵੇਂ ਪਿਛਲਾ ਸਮਾਂ ਅਸੀਂ ਕਰੋਨਾ ਦੇ ਵਿੱਚ ਕੱਢਿਆ ਹੋਇਆ ਸੀਗਾ, ਤੇ ਉਸ ਕਰੋਨਾ ਦੇ ਵਿੱਚ ਵੀ ਜਿਹੜਾ ਆ ਪ੍ਰਧਾਨ ਮੰਤਰੀ ਵੱਲੋਂ ਕੁਝ ਖਾਸ ਪੈਕੇਜ ਜਿਹੜੇ ਪੰਜਾਬ ਨੂੰ ਨਹੀਂ ਦਿੱਤੇ ਗਏ ਸੀ। ਇੱਥੋਂ ਤੱਕ ਕਿ ਜਿਹੜੀਆਂ GST ਦੀਆਂ ਜਿਹੜੀਆਂ ਨੇ ਸਹੂਲਤਾਵਾਂ ਹੁੰਦੀਆਂ ਨੇ, ਉਹਦਾ ਫੰਡ ਜਿਹੜਾ ਹੁੰਦਾ ਹੈ ਉਹ ਵੀ ਪੰਜਾਬ ਨੂੰ ਨਹੀਂ ਦਿੱਤਾ ਗਿਆ ਸੀਗਾ। ਪਰ ਹੁਣ ਜਿਹੜਾ 4200 ਕਰੋੜ ਰੁਪਏ ਦਾ ਜਿਹੜਾ ਇਹ ਹੋਰ ਜਿਹੜੀਆਂ ਸਹੂਲਤਾਵਾਂ ਦੇਣੀਆਂ, ਇਹ ਸਿਆਸੀ ਸਟੈਂਟ ਅਸੀਂ ਇਹਨੂੰ ਮੰਨ ਸਕਦੇ ਹਾਂ? ਜਿਹੜਾ ਵਾ ਅਨੰਦਪੁਰੀ ਜੀ ਨੂੰ ਜਿਹੜਾ ਨਾ ਆਪਾਂ ਹਰ ਵੇਲੇ ਇਸ ਤਰ੍ਹਾਂ ਨਾ ਕਰਿਆ ਕਰੀ ਕਿ ਇਹ ਸਿਰਫ ਜਿਹੜਾ ਵਾ ਉਹ ਇਕੱਲੇ ਪੰਜਾਬ ਨੂੰ ਨਹੀਂ ਦਿੱਤਾ। ਹਾਂਜੀ, ਇਹ ਜਿਹੜਾ ਉਹਨਾਂ ਦਾ ਵਤੀਰਾ ਹੈ ਨਾ, ਉਹ ਸਾਰੇ ਉਹਨਾਂ ਸੂਬਿਆਂ ਦੇ ਨਾਲ ਆ ਜਿੱਥੇ BJP ਦੀ ਸਰਕਾਰ ਨਹੀਂ ਹੈ। ਹਾਂਜੀ, ਉਹਦੇ ਵਿੱਚ ਪੰਜਾਬ ਵੀ ਸ਼ਾਮਲ ਹੈ, ਉਹਦੇ ਵਿੱਚ ਵੈਸਟ ਬੰਗਾਲ ਵੀ ਸ਼ਾਮਲ ਹੈ। ਪਿਛਲੇ ਸਮੇਂ 'ਚ ਵੇਖਿਆ ਕਿ ਮਮਤਾ ਦੇ ਨਾਲ ਤੇ ਉੱਥੋਂ ਦੀ ਸਰਕਾਰ ਦੇ ਜਿਹੜਾ ਵਾ ਨਾਲ ਕਿਸ ਤਰ੍ਹਾਂ ਦਾ ਜਿਹੜਾ ਉਹ ਬਿਹੇਵ ਕਰ ਰਿਹਾ। ਉਹਦੇ ਵਿੱਚ ਕੇਰਲਾ ਵੀ ਸ਼ਾਮਲ ਹੈ, ਉਹਦੇ ਵਿੱਚ ਜਿਹੜਾ ਵਾ ਮਹਾਰਾਸ਼ਟਰ ਵੀ ਹੈ, ਜਿਹਦੇ ਵਿੱਚ ਉਹਨਾਂ ਦੀ ਸਰਕਾਰ BJP ਦੀ ਨਹੀਂ ਸੀ ਬਣ ਸਕੀ, ਔਰ ਪਵਾਰ ਨੇ ਬੜਾ ਵੱਡਾ ਜਿਹੜਾ ਰੋਲ ਇੱਕ ਪਲੇ ਕਰਕੇ, ਸ਼ਰਦ ਪਵਾਰ ਨੇ, ਤੇ ਜਿਹੜੀਆਂ ਸ਼ਿਵ ਸੈਨਾ ਕਾਂਗਰਸ ਤੇ ਉਹਨਾਂ ਨੇ ਸਰਕਾਰ ਬਣਾਈ। ਇਸੇ ਤਰ੍ਹਾਂ ਦੇ ਨਾਲ ਤਾਮਿਲਨਾਡੂ ਦੇ ਵਿੱਚ ਵੀ ਜਿਹੜੀ ਹੈ ਉਹ ਸਰਕਾਰ ਹੈ, ਰਾਜਸਥਾਨ ਦੇ ਵਿੱਚ ਵੀ ਹੈ, ਬਾਕੀ ਜਗ੍ਹਾ ਦੇ ਉੱਤੇ ਵੀ ਇੱਕ ਹੈ। ਇੱਕ ਉਹਨਾਂ ਦਾ ਵਤੀਰਾ ਰਿਹਾ ਹੈ ਕਿ ਅਸੀਂ ਜਿਹੜੀਆਂ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਵਾਂ ਉਹਨਾਂ ਨੂੰ ਨੀਚਾ ਦਿਖਾਉਣਾ ਔਰ ਉਹਨਾਂ ਦੇ ਇਹੋ ਜਿਹੇ ਹਾਲਾਤ ਪੈਦਾ ਕਰਨੇ ਆ ਕਿ ਉਹ ਸਾਡੇ ਅੱਗੇ ਆ ਕੇ ਗੋਡੇ ਟੇਕਣ, ਸਾਡੀਆਂ ਜਿਹੜੀਆਂ ਸ਼ਰਤਾਂ ਵਾ ਉਹ ਮੰਨਣ, ਤੇ ਉਸ ਤੋਂ ਬਾਅਦ ਹੀ ਜਿਹੜਾ ਵਾ ਉਹ ਅਸੀਂ ਜਿਹੜਾ ਕੁਝ ਕਰਾਂਗੇ। ਇਹ ਜਿਹੜਾ ਹੋਇਆ ਨਾ ਸਾਰਾ ਕੁਝ ਜਿਹੜਾ ਵਾ ਉਹ ਸਾਡੇ ਸਰੋਤਿਆਂ ਨੂੰ ਬੜੀ ਸਮਝਣ ਦੀ ਗੱਲ ਹੈ ਕਿ ਜਦੋਂ ਪਹਿਲਾ ਦੌਰ ਕਰੋਨਾ ਦਾ ਚੱਲਿਆ ਸੀ, ਜਿਹਦੇ ਵਿੱਚ ਪੂਰਾ ਇਹਨਾਂ ਨੇ ਜਿਹੜਾ ਵਾ ਉਹ ਲੋਕਡਾਊਨ ਕੀਤਾ ਸੀ, ਉਹਦੇ ਵਿੱਚੋਂ ਜੇ ਸਭ ਤੋਂ ਵੱਧ ਲੋਕ ਜਿਹੜੇ ਆ ਉਹ ਸਫਰ ਹੋਏ ਨੇ ਉਹ ਸਾਰੇ ਮਾਈਗ੍ਰੈਂਟ ਲੇਬਰ ਸੀ। ਉਹ ਅਸੀਂ ਸਾਰੇ ਹਾਲਾਤ ਜਿਹੜੇ ਆ ਉਹ ਦੇਖੇ, ਜਿਹਦੇ ਵਿੱਚ ਸਭ ਤੋਂ ਵੱਧ UP, ਮੱਧ ਪ੍ਰਦੇਸ਼, ਬਿਹਾਰ, ਉਹ ਚਾਹੇ ਕਿਤੇ ਵੀ ਦੁਨੀਆ ਦੇ ਵਿੱਚ ਕੋਨੇ 'ਚ ਬੈਠੇ ਸੀ, ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਬੈਠੇ ਸੀ, ਸਾਰਾ ਕੰਮਕਾਜ ਬੰਦ ਸੀ, ਸਾਰੀਆਂ ਫੈਕਟਰੀਆਂ, ਸਾਰਾ ਕੁਝ ਬੰਦ ਸੀ, ਔਰ ਉਹ ਵਿਚਾਰੇ ਬੈਠੇ ਸੀ ਨਾ ਰੁਜ਼ਗਾਰ। ਉਹ ਦਿਹਾੜੀ ਕਰਨ ਵਾਲੇ, ਕਮਾਉਣ ਵਾਲੇ, ਉਹੀ ਦਿਨ ਕਮਾਉਣ ਵਾਲੇ ਤੇ ਉਸੇ ਸ਼ਾਮ ਨੂੰ ਖਾਣ ਵਾਲੇ, ਆਪਣੇ ਬੱਚਿਆਂ ਨੂੰ ਪਾਲਣ ਵਾਲੇ ਸੀ। ਸਭ ਤੋਂ ਵੱਧ ਜੇ ਸ਼ਿਕਾਰ ਹੋਏ ਆ ਤਾਂ ਉਹ ਗਰੀਬ ਲੋਕ ਜਿਹੜੇ ਆ ਉਹਨਾਂ ਸੂਬਿਆਂ ਦੇ ਵਿੱਚੋਂ ਜਿਹੜੇ ਹੋਏ ਆ, ਜਿਹਦੇ ਲਈ ਜਿਹੜਾ ਵਾ ਅਜੇ ਤੱਕ ਵੀ ਮੋਦੀ ਨੂੰ ਲੋਕਾਂ ਨੇ ਬਖਸ਼ਿਆ ਨਹੀਂ ਹੈ। ਕਿਸ ਤਰੀਕੇ ਨਾਲ ਅਸੀਂ ਵੇਖਿਆ ਕਿ ਲੋਕ ਜਿਹੜੇ ਸੈਂਕੜੇ ਕਿਲੋਮੀਟਰ ਤੁਰ ਕੇ ਆਪਣੇ ਬੱਚਿਆਂ ਨੂੰ ਜਿਹੜਾ ਸੀ ਆਪਣੇ ਹਿੱਕ ਦੇ ਆਪਣੇ ਪਿੱਛੇ ਚੁੱਕ ਕੇ ਆਪਣੇ ਨਾਲ ਲੈ ਕੇ ਉਹ ਗਏ ਨੇ। ਇਸ ਕਰਕੇ ਇਹ ਇੱਕ ਜਨਰਲ ਵਤੀਰਾ ਜਿਹੜਾ ਵਾ ਉਹ ਇਸ ਗਵਰਨਮੈਂਟ ਦਾ ਸਾਰੀਆਂ ਵਿਰੋਧੀ ਧਿਰਾਂ ਦੇ ਖਿਲਾਫ ਹੈ, ਤੇ ਪੰਜਾਬ ਜਿਹੜਾ ਵਾ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਰਿਹਾ ਵਾ। ਇਸ ਕਰਕੇ ਹੁਣ ਇਹ ਜਿਹੜਾ ਪ੍ਰੋਜੈਕਟ ਹੈ ਇਹ ਸਿਰਫ ਇੰਨਾ ਹੀ ਸੀਮਿਤ ਹੈ, ਇਹਦੇ ਨਾਲ ਕੋਈ ਜਿਹੜਾ ਇਹਨਾਂ ਨੇ ਐਲਾਨ ਕਰਨਾ ਵਾ ਉਹ ਕਰੋਨੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਉਹ ਇੱਕ ਜਿਹੜਾ ਵਾ ਜਨਰਲੀ ਬਾਕੀ ਸਾਰੇ ਹਿੰਦੁਸਤਾਨ ਦੇ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਜਿਹੜਾ ਵਾ PGI ਦਾ ਜਾਂ ਏਮਸ ਦੀ ਜਿਹੜੇ ਹੈ ਉਹ ਐਡੀਸ਼ਨਲ ਜਾਂ ਉਹਨੂੰ ਸੈਟੇਲਾਈਟ ਜਿਹੜੇ ਸੈਂਟਰ ਬਣਾ ਰਹੇ ਨੇ, ਉਹ ਇੱਕ ਉਹਦਾ ਇੱਕ ਹਿੱਸਾ ਹੈ, ਜਾਂ ਜਿਹਨੂੰ ਅਸੀਂ ਕਹਿੰਦੇ ਕਿ ਭਾਰਤ ਜਿਹੜੀ ਮਾਲਾ ਵਾ ਸੜਕਾਂ ਦਾ ਜਿਹੜਾ ਜਾਲ ਵਿਛਾਉਣਾ ਵਾ, ਤੇ ਉਹ ਇਹਨਾਂ ਦੀ ਮਜਬੂਰੀ ਹੈ ਕਿ ਜੇ ਸੜਕ ਇਹਨਾਂ ਨੇ ਜਿਹੜੀ ਆ ਉਹ ਕੱਢਣੀ ਆ ਗੁਜਰਾਤ ਤੋਂ ਲੈ ਕੇ ਤੇ ਪਠਾਨਕੋਟ ਜੰਮੂ ਤੱਕ ਲੈ ਕੇ ਜਾਣੀ ਆ, ਤੇ ਉਹ ਪੰਜਾਬ ਨੂੰ ਵਿੱਚ ਛੱਡ ਕੇ ਤੇ ਉੱਪਰ ਦੇ ਨਹੀਂ ਲਿਜਾ ਸਕਦੇ, ਪੰਜਾਬ ਉਹਦੇ ਵਿੱਚ ਹੀ ਪੈਣਾ। ਉਹ ਸੜਕ ਪੰਜਾਬ ਦੇ ਵਿੱਚੋਂ ਦੀ ਲੰਘ ਕੇ ਜਾਣੀ ਆ, ਤੇ ਇਸ ਕਰਕੇ ਇਹ ਨਹੀਂਗਾ ਕਿ ਉਹ ਪੰਜਾਬ ਦੇ ਵਿੱਚ ਜਿਹੜਾ ਵਾ ਉਹ ਹਾਈਵੇ ਨੂੰ ਜਿਹੜਾ ਪ੍ਰੈਫਰ ਕਰਕੇ ਬਣਾਉਣਾ ਚਾਹੁੰਦੇ ਆ। ਇਹ ਕੁਝ ਜਿਹੜੀਆਂ ਮਜਬੂਰੀਆਂ ਸਰਕਾਰ ਦੀਆਂ ਹੁੰਦੀਆਂ ਵਾ, ਇਹ ਵੀ ਉਹਦਾ ਇੱਕ ਪਾਰਟ ਹੈ ਬਾਕੀ ਸਕੀਮਾਂ ਦਾ, ਤੇ ਇਸ ਕਰਕੇ ਕੋਈ ਸਪੈਸ਼ਲ ਜਿਹੜਾ ਪੈਕੇਜ ਦੇ ਤੌਰ ਤੇ ਕਹੀਏ ਤਾਂ ਉਹ ਕਹਿਣਾ ਗਲਤ ਹੋਊਗਾ। ਠੀਕ ਹੈ ਜੀ। ਤੇ ਸਰ ਦੇਖਿਆ ਜਾਵੇ ਜਿਵੇਂ ਕਿ ਹੁਣ ਚੰਡੀਗੜ੍ਹ ਦੇ ਵਿੱਚ ਵੀ ਹੈ ਤੇ ਪੰਜਾਬ ਦੇ ਵਿੱਚ ਵੀ ਜਿਹੜਾ ਆ ਉਹ ਕਰੋਨਾ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਤੇ ਉਸ ਤੋਂ ਬਾਅਦ ਚ ਜਿਹੜਾ ਸਰਕਾਰ ਵੱਲੋਂ ਜਿਹੜਾ ਰਾਤ ਨੂੰ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਿਹੜਾ ਉਹ ਜਿਹੜਾ ਆ ਇੱਕ ਹਦਾਇਤ ਵਰਤ ਦਿੱਤੀ ਗਈ ਹੈ ਕਿ ਨਾਈਟ ਕਰਫਿਊ ਲੱਗੇਗਾ। ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਸਿਆਸੀ ਦੌਰ ਚੱਲ ਰਿਹਾ, ਚੋਣਾਂ ਆ ਰਹੀਆਂ ਨੇ, ਲਗਾਤਾਰ ਰੈਲੀਆਂ ਚੱਲਦੀਆਂ ਨੇ, ਕੀ ਅਸੀਂ ਇਸ ਨੂੰ ਮੱਦੇਨਜ਼ਰ ਰੱਖ ਕੇ ਦੋ ਪੱਖ ਨਾਲ ਦੇਖ ਸਕਦੇ ਹਾਂ ਕਿ ਜਿਹੜਾ ਆ ਇਹ ਜਿਹੜਾ ਕਰੋਨਾ ਆਮ ਲੋਕਾਂ ਤੇ ਭਾਰੀ ਹੁੰਦਾ, ਜਾਂ ਮਤਲਬ ਜਿਹੜਾ ਸਿਆਸੀ ਪਾਰਟੀਆਂ ਦੇ ਵਿੱਚ ਇਕੱਠ ਹੁੰਦਾ ਉੱਥੇ ਕਰੋਨਾ ਕਿਉਂ ਨਹੀਂ ਜਾਂਦਾ? ਇਹ ਕਿਸ ਤਰ੍ਹਾਂ ਦੀ ਜਿਹੜੀ ਆ ਦੋਹਰੀ ਮਾਪਦੰਡ ਹੈ ਜੀ? ਦੇਖੋ ਜੀ, ਕਰੋਨਾ ਤਾਂ ਕਿਸੇ ਨਾਲ ਜਿਹੜਾ ਵਾ ਉਹ ਡਿਸਕ੍ਰਿਮੀਨੇਟ ਨਹੀਂ ਕਰਦਾ ਹੈ ਕਿ ਇਹ ਜਿਹੜਾ ਫਲਾਨੀ ਪਾਰਟੀ ਦਾ ਬੰਦਾ ਵਾ ਜਾਂ ਫਲਾਨੀ ਪਾਰਟੀ ਦਾ ਬੰਦਾ ਜੋ ਕੋਈ ਕਰ ਰਹੇ ਨੇ, ਇਹ ਤਾਂ ਮਤਲਬ ਕੱਲੇ ਸਾਡੇ ਪੰਜਾਬ ਦੇ ਵਿੱਚ ਨਹੀਂ। ਠੀਕ ਹੈ ਜੀ ਸਰ, ਠੀਕ ਹੈ ਜੀ। ਹੁਣ ਛੋਟਾ ਜਿਹਾ ਵੇੜਾ ਹੈਗਾ ਅੰਤਰਾਲ ਦਾ, ਤੇ ਜਿਹੜੀਆਂ ਵਿਚਾਰਾਂ ਦਾ ਸਿਲਸਿਲਾ ਅਸੀਂ ਫਿਰ ਤੋਂ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
क्या बगला जाको नदर करे जो तिस पावे नानका ताको हंस करे। If you like to know more and you like to be kept informed, please follow us on social media as Amritsar Campaigners. ਟਰੈਵਲ ਮਾਈ ਵਰਲਡ ਤੁਹਾਡੇ ਲਈ ਸਸਤੀਆਂ ਟਿਕਟਾਂ ਲੈ ਕੇ ਹਾਜ਼ਰ ਹੈ। ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਣਾ ਹੈ, ਵੀਜ਼ਾ ਲਗਵਾਉਣਾ ਹੈ, ਪੈਨ ਕਾਰਡ ਬਣਾਉਣਾ ਹੈ, OCI ਕਾਰਡ ਬਣਾਉਣਾ ਹੈ, ਬਾਇਓਮੈਟ੍ਰਿਕ ਕਾਰਡ ਬਣਾਉਣਾ ਹੈ। ਤੁਹਾਡਾ ਆਪਣਾ ਤੇ ਭਰੋਸੇਮੰਦ ਪਾਰਟਨਰ ਟਰੈਵਲ ਮਾਈ ਵਰਲਡ 69 ਹਾਈ ਸਟਰੀਟ ਨੀਅਰ ਗੁਰਦੁਆਰਾ ਸ਼੍ਰੀ ਹਰਿ ਰਾਏ ਸਾਹਿਬ ਵੈਸਟ ਬ੍ਰੋਮਿਚ। ਇੰਡੀਆ ਦਾ ਵੀਜ਼ਾ ਲਗਵਾਉਣਾ ਹੋਵੇ ਜਾਂ ਵਰਲਡ ਦੇ ਕਿਸੇ ਵੀ ਕੋਨੇ ਦਾ ਵੀਜ਼ਾ ਲਗਵਾਉਣਾ ਹੋਵੇ, ਯਾਦ ਰੱਖੋ ਤੁਹਾਡਾ ਆਪਣਾ ਤੇ ਭਰੋਸੇਮੰਦ ਪਾਰਟਨਰ ਟਰੈਵਲ ਮਾਈ ਵਰਲਡ। ਛੋਟੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰਦੇ ਸੀ ਪੰਜਾਬ ਦੇ ਵਿੱਚ ਫੈਲੇ ਕਰੋਨਾ ਦੀ ਤੇ ਨਾਈਟ ਕਰਫਿਊ ਦੀ, ਤੇ ਸਾਡੇ ਨਾਲ ਸੀਗੇ ਹਰਚੰਦ ਸਿੰਘ ਜੀ ਬਾਠ ਜਿਨ੍ਹਾਂ ਨਾਲ ਅਸੀਂ ਵਿਚਾਰਾਂ ਕਰਦੇ ਸਾਂ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਲਾਈਵ ਪ੍ਰੋਗਰਾਮ ਹੈ, ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ, ਰਾਬਤਾ ਕਾਇਮ ਕਰਕੇ ਸਾਡੇ ਨਾਲ ਜਿਹੜੇ ਆ ਸਵਾਲ ਸਾਡੇ ਤੋਂ ਲੈ ਸਕਦੇ ਹੋ। ਹਾਂਜੀ ਸਰ, ਅਸੀਂ ਕਰੋਨਾ ਦੀ ਗੱਲ ਕਰ ਰਹੇ ਸੀ। ਦੇਖੋ ਇਹ ਜਿਹੜਾ ਵਾ ਬਿਲਕੁਲ ਸਾਫ਼ ਹੈ ਕਿ ਕੇਸ ਜਿਹੜੇ ਪੰਜਾਬ ਦੇ ਵਿੱਚ ਵੱਧ ਰਹੇ ਨੇ। ਭਾਵੇਂ ਇੱਕ ਗੱਲ ਸਾਫ਼ ਹੈ ਕਿ ਇਹ ਜਿਹੜਾ ਨਵਾਂ ਵਰਸ਼ਨ ਆਇਆ ਉਹਦਾ ਉਹ ਉਨਾ ਖਤਰਨਾਕ ਨਹੀਂਗਾ, ਉਨੀਆਂ ਕੈਜੂਅਲਟੀਜ਼ ਜਾਂ ਉਨੀਆਂ ਡੈਥਸ ਜਿਹੜੀਆਂ ਵਾ ਉਹ ਪਰਮਾਤਮਾ ਕਰੇ ਕਿ ਨਾ ਹੋਣ ਤੇ ਨਹੀਂ ਹੋ ਰਹੀਆਂ। ਇਹ ਇੱਕ ਬਹੁਤ ਜਿਹੜੀ ਅੱਛੀ ਗੱਲ ਹੈ। ਪਰ ਇਹ ਜਿਹੜਾ ਵਾ ਇੱਕ ਗੱਲ ਸਾਫ਼ ਆਈ ਹੈ ਕਿ ਜਿਹੜਾ ਪਹਿਲਾ ਵਰਸ਼ਨ ਸੀ ਉਹਦੇ ਨਾਲ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਦਾ ਹੈ। ਤੇ ਪਿਛਲੇ ਕਾਫੀ ਸਮੇਂ ਦੇ ਵਿੱਚ ਅਸੀਂ ਸਿਕਿਉਰ ਰਹੇ ਹਾਂ, ਕੇਸ ਬਹੁਤ ਘਟ ਗਏ ਸੀ, ਪਰ ਇਹ ਫਿਰ ਹੁਣ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਨੇ। ਇਸ ਕਰਕੇ ਵੇਖੋ ਇਹ ਤਾਂ ਨੈਚੁਰਲ ਹੈ ਕਿ ਸਾਨੂੰ ਜਿੰਨਾ ਕੁ ਅਸੀਂ ਜਿਹੜਾ ਪ੍ਰੀਕਾਸ਼ਨ ਲੈ ਸਕਦੇ ਹਾਂ ਉਹ ਸਾਨੂੰ ਸਾਰਿਆਂ ਨੂੰ ਹੀ ਲੈਣਾ ਚਾਹੀਦਾ ਵਾ। ਪਰ ਇਹਦੇ ਨਾਲ ਜਿਹੜੀਆਂ ਸਿਆਸੀ ਧਿਰਾਂ ਵਾ ਉਹਨਾਂ ਨੂੰ ਵੀ ਵੇਖੋ ਚਾਹੀਦਾ। ਬਾਕੀ ਤਾਂ ਤੁਸੀਂ ਜਿਹੜਾ ਵਾ ਉਹ ਸਾਰੀਆਂ ਸਟੇਟਾਂ ਨੂੰ ਜਦੋਂ ਵੱਧਦੇ ਆ ਤਾਂ ਮੋਦੀ ਸਾਹਿਬ ਤੇ ਉਹਨਾਂ ਦੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਪੰਜਾਬ 'ਚ ਵੱਧ ਰਹੇ ਨੇ, ਪੰਜਾਬ 'ਚ ਟੀਮ ਭੇਜੋ। ਤੇ ਨਾਲ ਦੀ ਨਾਲ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਪੰਜਾਬ 'ਚ ਆ ਕੇ ਤੇ ਬੜੇ ਵੱਡੇ ਦਾਅਵੇ ਕਰ ਰਹੇ ਹੋ ਕਿ ਇਹ ਇੱਕ ਜਿਹੜੀ ਰੈਲੀ ਅੱਜ ਦੀ ਰੈਲੀ ਹੈ ਫਿਰੋਜ਼ਪੁਰ 'ਚ ਜਿਹੜੀ ਕਰ ਰਹੇ ਨੇ, ਇਹ ਇੱਕ ਇਤਿਹਾਸਕ ਰੈਲੀ ਹੋਊਗੀ ਜਿਹਦੇ ਵਿੱਚ 3 ਲੱਖ ਤੋਂ ਉੱਪਰ ਲੋਕ ਜਿਹੜੇ ਆ ਉਹ ਪਲਾਨ ਕਰ ਰਹੇ ਔਰ ਕਲੇਮ ਕਰ ਰਹੇ ਵੀ ਅੱਜ ਆਉਣਗੇ। ਐਕਚੁਅਲ ਕਿੰਨੇ ਆਏ ਨੇ ਉਹ ਸਾਨੂੰ ਜਿਹੜਾ ਵਾ ਪਤਾ ਲੱਗ ਜਾਏਗਾ। ਹੁਣ ਜੇ ਵੇਖੋ ਤੁਸੀਂ ਕਾਲਜ ਬੰਦ ਕਰ ਰਹੇ ਹੋ, ਜੇ ਤੁਸੀਂ ਜਿਹੜੇ ਆ ਬਾਕੀ ਆਫਿਸਾਂ ਦੇ ਵਿੱਚ ਕਹਿ ਰਹੇ ਹੋ ਕਿ ਗਿਣਤੀ ਜਿਹੜੀ 50% ਕਰ ਰਹੇ ਹੋ, ਬਾਕੀ ਜਿਹੜੀਆਂ ਸੋਸ਼ਲ ਗੈਦਰਿੰਗ ਹੈ ਉਹਨਾਂ ਤੇ ਤੁਸੀਂ ਕੱਟ ਲਾ ਰਹੇ ਹੋ, ਤਾਂ ਇਹ ਜਿਹੜੀ ਰੈਲੀ ਤੁਸੀਂ ਕਰ ਰਹੇ ਹੋ ਜਿਹੜਾ ਬੜਾ ਵੱਡਾ ਕਲੇਮ ਕਰ ਰਹੇ ਹੋ ਔਰ ਜਿਹਦੇ ਵਿੱਚ ਕੋਈ ਪ੍ਰੀਕਾਸ਼ਨ ਨਹੀਂ ਗਾ, ਸਾਰੇ ਜਿਹੜੇ ਨਿਯਮ ਹੈ ਜਿਹੜੇ SOS ਜਿਹੜੇ ਤੁਸੀਂ ਬਣਾਏ ਨੇ ਉਹ ਸਾਰੇ ਛਿੱਕੇ ਟੰਗ ਕੇ ਲੱਖਾਂ ਦਾ ਜਿਹੜਾ ਇਕੱਠ ਹੈ ਉਹ ਇੱਕ ਤਾਂ ਉੱਥੇ ਕਰ ਰਹੇ ਹੋ, ਫਿਰ ਬੱਸਾਂ ਭਰ ਕੇ ਤੁੰਨ ਕੇ ਤੁਸੀਂ ਜਿਹੜੀਆਂ ਵਾ ਉਹ ਕੋਈ ਅੰਮ੍ਰਿਤਸਰ ਤੋਂ ਆਏਗੀ, ਕੋਈ ਰੋਪੜ ਤੋਂ ਆਏਗੀ, ਕੋਈ ਬਠਿੰਡੇ ਤੋਂ ਆਏਗੀ, ਸਾਰੇ ਹਿੱਸਿਆਂ 'ਚੋਂ ਤੁਸੀਂ ਲਿਆ ਰਹੇ। ਹੁਣ ਪਹਿਲਾਂ ਬੱਸ ਦੇ ਵਿੱਚ ਕਿੱਥੇ ਹੈ, ਕੋਈ ਮਾਸਕ ਨਹੀਂ, ਕੋਈ ਪ੍ਰੀਕਾਸ਼ਨ ਨਹੀਂ ਹੈ, ਰੈਲੀ ਦੇ ਵਿੱਚ ਕੁਛ ਨਹੀਂਗਾ। ਤੇ ਇਸ ਕਰਕੇ ਵੇਖੋ ਇਹਦੇ ਤੋਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਿੱਥੇ ਕੁਦਰਤ ਦਾ ਜਿਹੜਾ ਇੱਕ ਵਰਤਾਰਾ ਹੈ, ਇੱਕ ਜਿਹੜਾ ਵਾਇਰਸ ਹੈ ਇਹ ਪੂਰੀ ਦੁਨੀਆ ਦੇ ਵਿੱਚ ਹੈ। ਕੱਲ ਅਮਰੀਕਾ ਦੇ ਵਿੱਚ ਇਹ ਖਬਰ ਸੀ ਕਿ 1 ਮਿਲੀਅਨ ਲੋਕ ਜਿਹੜੇ ਆ ਉਹ ਇੱਕ ਦਿਨ ਦੇ ਵਿੱਚ ਅਫੈਕਟ ਹੋਏ ਨੇ ਇਹਦੇ ਤੋਂ। ਬਾਕੀ ਸਾਰੇ ਦੇਸ਼ਾਂ ਦੇ ਵਿੱਚ, ਯੂਰਪ ਦੇ ਵਿੱਚ ਜਿਹੜਾ ਵਾ ਉਹ ਹੋਰ ਵੀ ਸਾਰੇ ਜਗ੍ਹਾ ਤੇ ਜਿਹੜਾ ਵੱਧ ਰਿਹਾ, ਇਹ ਕੁਦਰਤੀ ਹੈ ਕਿ ਸਾਡੇ ਅਜੇ ਉਹ ਨੰਬਰ ਜਿਨ੍ਹਾਂ ਨੂੰ ਅਸੀਂ ਕਹਿ ਦਈਏ ਕਿ ਉਸ ਲੈਵਲ ਤੇ ਨਹੀਂ ਹੈ, 50,000 60,000 ਜਿਹੜਾ ਵਾ ਉਹ ਆ ਰਿਹਾ, ਪਰ ਉੱਥੇ ਮਿਲੀਅਨਸ ਆ ਰਹੇ ਨੇ। ਇਸ ਕਰਕੇ ਇਹ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਹੀ ਕੋਸ਼ਿਸ਼ ਰੱਖਣੀ ਚਾਹੀਦੀ ਹੈ, ਜਿੰਨਾ ਕੁ ਅਸੀਂ ਜਿਹੜਾ ਪ੍ਰੀਕਾਸ਼ਨ ਲੈ ਰਹੀਏ, ਜਿੰਨਾ ਕੁ ਅਸੀਂ ਨਿਯਮਾਂ ਦਾ ਪਾਲਣ ਕਰੀਏ, ਇਹ ਸਾਡਾ ਆਪਣਾ ਬਚਾਅ ਵੀ ਹੈ, ਸਾਡੇ ਪਰਿਵਾਰਾਂ ਦਾ ਵੀ ਹੈ, ਸਾਡੇ ਦੋਸਤਾਂ ਮਿੱਤਰਾਂ ਦਾ ਤੇ ਸਾਰਿਆਂ ਦਾ। ਪਰ ਇਹਦੇ ਸਿਆਸੀ ਧਿਰਾਂ ਖਾਸ ਕਰਕੇ ਜਿਹੜੀ ਗਵਰਨਮੈਂਟ ਹੈ ਉਹਦੀ ਵੀ ਵੱਧ ਜ਼ਿੰਮੇਵਾਰੀ ਬਣਦੀ ਹੈ ਕਿ ਕੀ ਏਡੀ ਵੱਡੀ ਗੱਲ ਹੈ ਤੁਹਾਡੀ ਜਿਹੜੀ ਸਪੀਚ ਹੈ ਅੱਜ ਕੱਲ ਲੋਕੀ ਸਾਰੇ ਟੀਵੀ ਤੇ ਸੁਣ ਰਹੇ ਨੇ। ਇਹ ਇੱਕ ਜਿਹੜਾ ਸ਼ਕਤੀ ਪ੍ਰਦਰਸ਼ਨ ਕਰਨਾ ਹੈ ਕਿ ਵੇਖੋ ਬੀਜੇਪੀ ਜਿਹੜੀ ਆ ਉਹ ਪੰਜਾਬ 'ਚ ਮਰੀ ਨਹੀਂ, ਬੀਜੇਪੀ ਤੇ ਸਾਰਿਆਂ ਤੋਂ ਵੱਧ ਸਟਰੋਂਗ ਹੈ। ਇਹ ਪ੍ਰਦਰਸ਼ਨ ਤੁਸੀਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ? ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਰਹੇ ਹੋ। ਅੱਜ ਉਹ ਜ਼ਮਾਨਾ ਤਾਂ ਰਿਹਾ ਨਹੀਂ ਹੈ। ਅੱਜ ਕੱਲ ਤਾਂ ਜਿਹੜੀਆਂ ਕੋਰਟਾਂ, ਹੁਣ ਸਾਡੇ ਹਾਈ ਕੋਰਟ 'ਚ ਮੈਂ ਉੱਥੇ ਵਕੀਲ ਹੈ, ਉਹ ਵੀ ਸਾਰੀਆਂ ਉਹਨਾਂ ਨੇ ਆਨਲਾਈਨ ਕਰ ਦਿੱਤੀਆਂ ਕੱਲ ਦੇ ਉੱਤੋਂ।
ਉਹ ਵੀ ਅਸੀਂ ਸਾਰਾ ਕੁਝ ਆਨਲਾਈਨ ਕਰ ਰਹੇ ਹਾਂ। ਹਾਂਜੀ। ਤੇ ਬਾਕੀ ਜੇ ਤੁਸੀਂ ਆਓਗੇ ਬੋਲੋਗੇ ਜਿੱਥੋਂ ਵੀ ਬੋਲ ਲਓ ਵਿਰਚੁਅਲ ਬੋਲ ਲਓ ਤੁਸੀਂ, ਉਹ ਹਾਂਜੀ। ਸਾਰੇ ਲੋਕ ਸੁਣ ਲੈਣਗੇ, ਤੁਹਾਡੀ ਗੱਲ ਆ ਜਾਣੀ ਹੈ, ਸੋਸ਼ਲ ਮੀਡੀਆ ਤੇ ਵੀ ਆ ਜਾਣੀ ਹੈ, ਇਲੈਕਟ੍ਰੋਨਿਕ ਮੀਡੀਆ ਤੇ ਵੀ ਆ ਜਾਣੀ ਹੈ, ਪ੍ਰਿੰਟ ਮੀਡੀਆ ਤੇ ਵੀ ਆ ਜਾਣੀ ਹੈ, ਲਾਈਵ ਤੁਹਾਡਾ ਜਿਹੜਾ ਸਾਰਾ ਰਿਲੇ ਹੋਣਾ ਤੇ ਹਾਂਜੀ। ਆਪਣੀ ਗੱਲ ਤੁਸੀਂ ਜਿਹੜੀ ਉਹ ਕਹਿ ਸਕਦੇ ਨੇ, ਲੋਕਾਂ ਨੇ ਤਾਂ ਗੱਲ ਸੁਣਨੀ ਹੈ। ਹਾਂਜੀ। ਇਸ ਕਰਕੇ ਮੇਰੇ ਕਹਿਣ ਦਾ ਮਤਲਬ ਕਿ ਇਹਨਾਂ ਦੀ ਵੱਧ ਜ਼ਿੰਮੇਵਾਰੀ ਆ ਕਿ ਇਸ ਨੂੰ ਹਰ ਗੱਲ ਦੇ ਵਿੱਚ ਸਿਆਸਤ ਜਿਹੜੀ ਆ ਉਹ ਨਾ ਲਿਆਓ। ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਦੀ ਜਿਹੜੀ ਸਿਆਸਤ ਹੈ ਇਹ ਬੜੀ ਖਤਰਨਾਕ ਹੈ, ਔਰ ਖਾਸ ਕਰਕੇ ਗਵਰਨਮੈਂਟ ਜਿਹੜੀ ਕਿ ਸਾਰੇ ਕਹਿ ਰਹੇ ਕਿ ਅਸੀਂ ਇਹ ਪ੍ਰਬੰਧ ਕਰ ਰਹੇ ਹਾਂ, ਬੜਾ ਖਤਰਨਾਕ ਹੋ ਰਿਹਾ, ਲੋਕਾਂ ਨੂੰ ਅਪੀਲ ਕਰ ਰਹੇ ਨੇ। ਵੇਖੋ ਤੁਸੀਂ ਐਡ ਆ ਰਹੀਆਂ ਨੇ ਰੋਜ਼ ਟੀਵੀ ਦੇ ਉੱਤੇ ਕਿੰਨੀਆਂ ਇਹਨਾਂ ਸਾਰਿਆਂ ਦੀਆਂ, ਤੇ ਆਪ ਤੁਸੀਂ ਜਿਹੜਾ ਵਾ ਉਹਦੀ ਪਾਲਣਾ ਨਹੀਂ ਕਰਦੇ। ਇਹਦਾ ਮਤਲਬ ਕਿ ਤੁਸੀਂ ਕਾਨੂੰਨ ਤੋਂ ਤੇ ਨਿਯਮਾਂ ਤੋਂ ਆਪਣੇ ਆਪ ਨੂੰ ਉੱਪਰ ਸਮਝਦੇ ਹੋ। ਜਦੋਂ ਤੁਸੀਂ ਕਰੋ ਤਾਂ ਬਿਲਕੁਲ ਸਾਰਾ ਕੁਝ ਠੀਕ ਹੈ, ਜੇ ਕੋਈ ਹੋਰ ਕਰ ਦਵੇ ਤਾਂ ਫਿਰ ਤੁਸੀਂ ਉਹਨਾਂ ਤੇ ਜਿਹੜੇ ਆ ਉਹ ਇਲਜ਼ਾਮ ਲਾਉਂਦੇ। ਇਹ ਤਰੀਕਾ ਗਲਤ ਹੈ। ਹਾਂਜੀ, ਠੀਕ ਹੈ ਜੀ। ਤੇ ਸਰ ਜਿੱਦਾਂ ਜਿਹੜੀਆਂ ਚੋਣਾਂ ਨੇੜੇ ਆ ਰਹੀਆਂ ਨੇ ਤੇ ਜਿਹੜੇ ਵਲਵਲੇ ਵੀ ਉਹ ਵੱਧਦੇ ਜਾ ਰਹੇ ਨੇ, ਤੇ ਜਿਹੜਾ ਆ ਇੱਕ ਪਾਰਟੀ ਤੋਂ ਦੂਜੇ ਪਾਰਟੀ ਦੇ ਵਿੱਚ ਜਿਹੜੇ ਆ ਵਿਧਾਇਕਾਂ ਦੀ ਫੇਰੀ ਵੀ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਹੈ, ਤੇ ਇਸੇ ਮਸਲੇ ਦੇ ਵਿੱਚ ਸਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਮਜੀਠੀਆ ਜੀ ਦਾ ਜਿਹੜਾ NDPC ਜਿਹੜਾ ਕੇਸ ਦਰਜ ਸੀ ਉਹ ਦਬਦਾ ਜਾ ਰਿਹਾ ਹੈ। ਆਨੰਦਪੁਰੀ ਜੀ ਦੇਖੋ, ਜਿਹੜਾ ਨਾ ਅਸੀਂ ਹੁਣ ਇਹ ਗੱਲ ਕਰਨ ਲੱਗੇ ਹਾਂ ਕਿ ਕਿਤੇ ਨਾ ਕਿਤੇ ਜਿਹੜਾ ਵਾ ਕੁਝ ਸਾਲ ਪਹਿਲੇ ਸਿਆਸਤ ਦੇ ਵਿੱਚ ਹੁੰਦਾ ਸੀ ਕਿ ਮੇਰੀ ਕੋਈ ਵਿਚਾਰਧਾਰਾ, ਮੇਰਾ ਕੋਈ ਜਿਹੜਾ ਵਿਚਾਰ ਹੈ, ਮੇਰੀ ਕੋਈ ਸੋਚ ਹੈ, ਤੇ ਉਹ ਸੋਚ ਜਿਹੜੀ ਹੈ ਉਹ ਇੱਕ ਮੌਕਾ ਪ੍ਰਸਤੀ ਤੋਂ ਉੱਪਰ ਮੰਨੀ ਜਾਂਦੀ ਸੀ ਵੀ ਨਹੀਂ ਇਹ ਕੋਈ ਨਹੀਂ ਹੈ। ਮੈਂ ਇੱਕ ਇੰਨਾ ਸਮਾਂ ਇੱਕ ਪਾਰਟੀ ਦੇ ਵਿੱਚ ਜਿਹੜਾ ਵਾ ਉਹ ਬਤੀਤ ਕੀਤਾ ਹੈ, ਉਹਦੇ ਨਾਲ ਮੈਂ ਸਹਿਮਤ ਰਿਹਾ ਵਾਂ, ਤੇ ਜਿਹੜੀ ਇੱਕ ਉਹ ਪਾਰਟੀ ਜਾਂ ਉਹ ਸੋਚ ਜਾਂ ਉਹ ਵਿਚਾਰ ਜਿਹਦੀ ਮੈਂ ਖੁੱਲ੍ਹ ਕੇ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਵਾ ਉਹ ਗਲਤ ਕਹਿੰਦਾ ਰਿਹਾ, ਤੇ ਅੱਜ ਮੈਂ ਜਿਹੜਾ ਵਾ ਇੱਕ ਸਕਿੰਟ ਦੇ ਵਿੱਚ ਜੰਪ ਮਾਰ ਕੇ ਤੇ ਉਸੇ ਪਾਸੇ ਵੱਲ ਜਾ ਰਿਹਾ। ਸਭ ਤੋਂ ਪਹਿਲਾਂ ਵੇਖੋ ਅਮਰਿੰਦਰ ਸਿੰਘ ਦੀ, ਜਿਹੜਾ ਬੀਜੇਪੀ ਨੂੰ ਜਿਹੜੀਆਂ ਗਾਲਾਂ ਕੱਢਦਾ ਸੀ ਇਲੈਕਸ਼ਨਾਂ ਦੇ ਵਿੱਚ ਵੀ ਤੇ ਹਰ ਜਗ੍ਹਾ ਦੇ ਉੱਤੇ ਕਿਸਾਨਾਂ ਦੇ ਸੰਘਰਸ਼ ਦੇ ਦੌਰਾਨ ਵੀ, ਸਭ ਤੋਂ ਪਹਿਲਾਂ ਉਹ ਸੀ ਜਿਹੜਾ ਗਿਆ। ਫਿਰ ਉਹਦੇ MLA ਚਾਹੇ ਉਹ ਫਿਰੋਜ਼ਪੁਰ ਵਾਲਾ ਸੋਢੀ ਹੋਵੇ, ਚਾਹੇ ਫਤਿਹ ਜੰਗ ਹੋਵੇ, ਚਾਹੇ ਹੋਰ ਕਿੰਨੇ ਜਿਹੜੇ ਅਕਾਲੀਆਂ ਦੇ ਸਾਬਕਾ ਵੀ ਤੇ ਦੂਸਰੇ ਵੀ, ਇਹ ਸਾਰੀਆਂ ਢੀਂਡਸੇ ਵਰਗਾ ਵੇਖੋ ਜਿਹੜਾ ਵਾ ਉਹ ਖੁੱਲ ਕੇ ਉਦੋਂ ਕਹਿ ਰਿਹਾ ਸੀ ਕਿ ਬੀਜੇਪੀ ਗਲਤ ਕਰ ਰਹੀ ਹੈ, ਉਹ ਵੀ ਉਹਨਾਂ ਦੇ ਨਾਲ ਜਾ ਹੱਥ ਮਿਲਾਇਆ। ਹੁਣ ਜਿਹੜਾ ਨਾ ਸਿਆਸਤ ਦੇ ਵਿੱਚ ਸਿਰਫ ਤੇ ਸਿਰਫ ਇੱਕ ਮੌਕਾ ਪ੍ਰਸਤੀ ਜਿਹੜੀ ਰਹਿ ਗਈ ਆ, ਮੈਂ ਰਹਿ ਗਿਆ ਵਾਂ ਕਿ ਮੈਨੂੰ ਕਿੱਥੋਂ ਜਿਹੜਾ ਲਾਭ ਹੈ ਕਿਸੇ ਤਰੀਕੇ ਨਾਲ ਮਿਲ ਜਾਂਦਾ, ਚਾਹੇ ਮੈਨੂੰ ਖੂਜ ਛਾਲ ਮਰਵਾ ਦਿਓ ਤੇ ਚਾਹੇ ਮੈਨੂੰ ਜੋ ਮਰਜ਼ੀ ਕਰ ਦਿਓ, ਮੈਂ ਕਿਸੇ ਦੇ ਨਾਲ ਵੀ ਹੱਥ ਮਿਲਾਉਣ ਨੂੰ ਤਿਆਰ ਹਾਂ। ਇਹ ਜਿਹੜੀ ਮੌਕਾ ਪ੍ਰਸਤੀ ਦੀ ਜਿਹੜੀ ਸਿਆਸਤ ਸਾਡੇ ਕਰ ਗਈ ਆ, ਬਾਕੀ ਵੀ ਇੰਡੀਆ ਦੇ ਵਿੱਚ ਹੈ, ਜਦੋਂ ਇਲੈਕਸ਼ਨ ਆਉਂਦੀਆਂ ਵੱਧਦਾ ਵਾ ਕੰਮ, ਇਹ ਇੱਕ ਬਹੁਤ ਹੀ ਖਤਰਨਾਕ ਜਿਹੜਾ ਰੁਝਾਨ ਹੈ ਔਰ ਸਿਆਸਤ ਨੂੰ ਬਹੁਤ ਥੱਲੇ ਜਿਹੜਾ ਵਾ ਲੈ ਕੇ ਜਾ ਰਿਹਾ। ਹਾਂਜੀ ਸਰ, ਮੇਰਾ ਸਵਾਲ ਇਹ ਸੀਗਾ ਕਿ ਇਹਨਾਂ ਦੇ ਆਵਾਗਾਉਣ ਦੇ ਵਿੱਚ ਜਿਹੜਾ ਆ ਮੈਂ ਆ ਰਿਹਾ ਉਸ ਗੱਲ ਤੇ, ਮੈਂ ਆ ਰਿਹਾ ਤੇ ਉਹ ਜਿਹੜਾ ਮਜੀਠੀਆ ਸਾਹਿਬ ਦੇ ਬਾਰੇ ਪਿਛਲੇ ਸਮੇਂ ਚਰਚਾ ਚੱਲ ਰਹੀ ਹੈ, ਜਿਹੜੀ ਉਹਨਾਂ ਨੇ ਜ਼ਮਾਨਤ ਲਾਈ ਹੈ, ਅੱਜ ਦੂਜੀ ਤਰੀਕ ਸੀ ਉਹਨਾਂ ਦੀ। ਇਸ ਤੋਂ ਪਹਿਲਾਂ ਜਿਹੜੀ ਹੈ ਉਹ ਹਾਈ ਕੋਰਟ ਦੇ ਵਿੱਚ ਤਰੀਕ ਪਈ ਸੀ, ਜਿਹਦੇ ਵਿੱਚ ਉਹਨਾਂ ਦੇ ਵਕੀਲ ਦੋਨਾਂ ਧਿਰਾਂ ਦੇ ਉਹ ਕਿਉਂਕਿ ਫਿਜ਼ੀਕਲ ਹੀਅਰਿੰਗ ਸੀ ਤੇ ਇਸ ਕਰਕੇ ਉਹ ਪੇਸ਼ ਨਹੀਂ ਹੋ ਸਕੇ। ਉਹਨਾਂ ਨੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੇ ਜਿਹੜੇ ਵਕੀਲ ਨੇ ਦੋਵਾਂ ਧਿਰਾਂ ਦੇ, ਉਹਨਾਂ ਨੂੰ ਆਨਲਾਈਨ ਤੁਸੀਂ ਜਿਹੜਾ ਸੁਣ ਲਓ। ਉਹਨਾਂ ਨੇ ਕਿਹਾ ਨਾ, ਕਿਉਂਕਿ ਜਿਹੜਾ ਵਾ ਫਿਜ਼ੀਕਲ ਹੀਅਰਿੰਗ ਸਾਡੀ ਹੈ, ਇਸ ਕਰਕੇ ਸਿਰਫ ਫਿਜ਼ੀਕਲ ਹੀਅਰਿੰਗ ਹੀ ਸੁਣਨੀ ਹੈ। ਹੁਣ ਜਦੋਂ ਕਿ ਮੈਂ ਦੱਸਿਆ ਕਿ ਕੱਲ ਤੋਂ ਅਗਲੇ 14 ਜਨਵਰੀ ਤੱਕ ਫਿਰ ਆਨਲਾਈਨ ਸਾਰੀਆਂ ਹੀਅਰਿੰਗ ਜਿਹੜੀਆਂ ਵਾ ਇਹ ਕੇਸਾਂ ਨੂੰ ਵੱਧਦੇ ਕਰੋਨਾ ਦੇ ਕੇਸਾਂ ਨੂੰ ਵੱਧ ਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਕੀਤੀਆਂ ਨੇ। ਤਾਂ ਹੁਣ ਜਿਹੜਾ ਵਾ ਉਹ ਵਕੀਲ ਅੱਜ ਪੇਸ਼ ਹੋਏ ਨੇ ਉੱਥੇ, ਔਰ ਵਕੀਲਾਂ ਨੇ ਜਿਹੜੀਆਂ ਆਪਣੀਆਂ ਦਲੀਲਾਂ ਦਿੱਤੀਆਂ, ਦਲੀਲਾਂ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਇਸ ਕੇਸ ਦੀ ਜਿਹੜੀ ਅਗਲੀ ਸੁਣਵਾਈ ਹੈ ਉਹ 10 ਜਨਵਰੀ ਦੇ ਉੱਤੇ ਪਾਤੀ ਹੈ, ਔਰ ਨਾਲ ਹੀ ਜਿਹੜਾ ਵਾ ਪੁਲਿਸ ਨੂੰ ਜਾਂ ਸਟੇਟ ਨੂੰ ਕਹਿ ਦਿੱਤਾ ਕਿ ਜਿਹੜੀਆਂ ਉਹਨਾਂ ਨੇ ਦਲੀਲਾਂ ਆਪਣੀ ਪਟੀਸ਼ਨ ਜਿਹੜੀ ਜ਼ਮਾਨਤ ਦੀ ਪਾਈ ਆ ਉਹਦੇ ਵਿੱਚ ਦਿੱਤੀਆਂ ਨੇ, ਉਹਨਾਂ ਦਾ ਤੁਸੀਂ ਉਸ ਤੋਂ ਪਹਿਲਾਂ ਜਿਹੜਾ ਵਾ ਉਹ ਰਿਪਲਾਈ ਫਾਈਲ ਕਰੋ ਜੋ ਤੁਸੀਂ ਕਹਿਣਾ ਚਾਹੁੰਦੇ। ਹਾਂ, ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਉਹਦਾ ਕੇਸ ਇਹ ਸਾਰੇ ਕੁਝ ਦੇ ਵਿੱਚ ਨਾ ਰੁਲ ਜਾਵੇ, ਉਹ ਮਤਲਬ ਥੋੜਾ ਜਿਹਾ ਫਰਕ ਪੈਂਦਾ ਹੈ ਕਿ ਮੀਡੀਆ ਹੁਣ ਕਿੰਨਾ ਕੁ ਉਸ ਚੀਜ਼ ਨੂੰ ਕਵਰ ਕਰ ਰਿਹਾ, ਕਿਉਂਕਿ ਜੇ ਹੁਣ ਪ੍ਰਧਾਨ ਮੰਤਰੀ ਆਇਆ ਹੋਵੇ ਤਾਂ ਨੈਚੁਰਲੀ ਹੈ ਕਿ ਉਹ ਜੋ ਕਹਿੰਦਾ ਇੱਥੇ ਆ ਕੇ ਜੋ ਗੱਲਾਂ ਨੇ ਉਹ ਹਾਈਲਾਈਟ ਵੱਧ ਹੁੰਦੀਆਂ ਨੇ, ਤਾਂ ਉਹ ਮਜੀਠੀਆਂ ਦੀ ਜਿਹੜੀ ਬੇਲ ਜਾਂ ਉਹਦਾ ਜਿਹੜਾ ਪੂਰਾ ਕੇਸ ਹੈ ਉਹ ਥੋੜਾ ਘੱਟ ਹੈ। ਉਹਨਾਂ ਨੇ ਅੱਜ ਦਲੀਲਾਂ ਦਿੱਤੀਆਂ ਕਿ ਇਹ ਸਾਰਾ ਕੁਝ ਜਿਹੜਾ ਵਾ ਸਿਆਸਤ ਤੋਂ ਪ੍ਰੇਰਿਤ ਹੈ। ਇਲੈਕਸ਼ਨਾਂ ਆ ਰਹੀਆਂ ਨੇ
ਇਹ ਜਿਹੜੀ ਇੱਕ ਵਿਕਟਿਮਾਈਜੇਸ਼ਨ ਆ, ਇਹ ਇੱਕ ਟਾਰਗੇਟ ਜਿਹੜਾ ਵਾ ਪੋਲੀਟੀਕਲ ਟਾਰਗੇਟ ਸਿਆਸੀ ਜਿਹੜਾ ਵਾ ਉਹ ਨਿਸ਼ਾਨਾ ਬਣਾਇਆ ਜਾ ਰਿਹਾ। ਤੇ ਇਸ ਕਰਕੇ ਜਿਹੜਾ ਵਾ ਮੈਨੂੰ ਜਿਹੜੀ ਆ ਉਹ ਜ਼ਮਾਨਤ ਦਿੱਤੀ ਜਾਵੇ। ਨਾਲ ਹੀ ਸੀ ਕਿ ਚਟੋਪਾਧਿਆਏ ਨੂੰ ਜਿਹੜਾ ਉਹ ਡੀਜੀਪੀ ਬਣਾਇਆ ਸਿਰਫ ਇਸ ਕਰਕੇ ਬਣਾਇਆ ਕਿ ਬਾਕੀ ਜਿਹੜੇ ਲੋਕ ਸੀ ਉਹ ਕਹਿੰਦੇ ਸੀ ਕਿ FIR ਨਹੀਂ ਬਣਦੀ ਹੈ, ਇਹਨੂੰ ਜਿਹੜਾ ਵਾ ਕਿਹਾ ਵੀ ਤੈਨੂੰ ਅਸੀਂ ਜਿਹੜਾ ਪੱਕਾ ਡੀਜੀਪੀ ਬਣਾ ਦੇਵਾਂਗੇ, ਇਸ ਕਰਕੇ FIR ਦਰਜ ਕਰੋ। ਉਹ ਹੁਣ ਅੱਗੇ ਬਹਿਸ ਚੱਲੇਗੀ। ਸੋਮਵਾਰ ਨੂੰ 10 ਤਰੀਕ ਤੇ ਕੇਸ ਜਿਹੜਾ ਵਾ ਉਹ ਅਗਲਾ ਉਹਦੀ ਨਿਸ਼ਚਿਤ ਤਰੀਕ ਹੋਈ ਹੈ, ਉਹਦੇ ਉੱਤੇ ਕੀ ਹੁੰਦਾ ਕੀ ਨਹੀਂ ਹੁੰਦਾ। ਬਾਕੀ ਜਿਹੜੀ ਹੁਣ ਤੱਕ ਉਹ FIR ਠੀਕ ਹੋਈ ਆ ਕਿ ਗਲਤ ਹੋਈ ਆ, ਇਹ ਤਾਂ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ। ਦੋ ਵਿਚਾਰ ਨੇ, ਪੋਲਰਾਈਜੇਸ਼ਨ, ਇੱਕ ਕਹਿੰਦੇ ਠੀਕ ਹੋਈ ਆ, ਇੱਕ ਕਹਿੰਦੇ ਆ ਕਿ ਗਲਤ ਹੋਈ ਆ। ਹੁਣ ਮਾਮਲਾ ਜਿਹੜਾ ਵਾ ਉਹ ਅਦਾਲਤ ਦੇ ਵਿੱਚ ਆ। ਅਦਾਲਤ ਕੀ ਸਮਝਦੀ ਹੈ ਕਿ ਇਹੋ ਜਿਹੇ ਇਸ਼ੂ ਦੇ ਉੱਤੇ ਡਰੱਗਸ ਕੇਸ ਦੇ ਵਿੱਚ ਅਗਾਊਂ ਜ਼ਮਾਨਤ ਜਿਹੜੀ ਆ, ਜਿਹਨੂੰ ਅਸੀਂ ਜਿਹੜੇ ਵਕੀਲ ਕਹਿੰਦੇ ਕਿ ਬਾਹਰੋਂ ਬਾਹਰ ਜ਼ਮਾਨਤ ਆਮ ਲੋਕਾਂ ਦੀ ਸ਼ਬਦਾਵਲੀ ਦੇ ਵਿੱਚ ਉਹ ਮਿਲਦੀ ਹੈ ਕਿ ਨਹੀਂ ਮਿਲਦੀ, ਇਹ 10 ਤਰੀਕ ਤੱਕ ਜਿਹੜੀ ਆ ਉਹ ਗੱਲ ਪੈ ਗਈ ਆ। ਉਦੋਂ ਹੀ ਪਤਾ ਲੱਗੇਗਾ ਕਿ ਕੀ ਹੁੰਦਾ। ਹਾਂਜੀ ਸਰ, ਜਿਹੜੇ ਸਾਡੇ ਉਪ ਮੁੱਖ ਮੰਤਰੀ ਕੈਪਟਨ ਸੁਖਜਿੰਦਰ ਸਿੰਘ ਰੰਧਾਵਾ ਨੇ ਤੇ ਉਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਦੇ ਵਿੱਚ ਬੇਅਦਬੀ ਕਾਂਡ ਦਾ ਵੀ ਜਿਹੜੀ ਗੱਲਬਾਤ ਕੀਤੀ ਗਈ ਸੀਗੀ, ਹੋਰ ਇਦਾਂ ਦੇ ਕਈ ਸਵਾਲ ਉਹਨਾਂ ਨੂੰ ਕੀਤੇ ਗਏ ਸੀ। ਪਰ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਉਹਨਾਂ ਨੂੰ ਦੁਬਾਰਾ ਜਵਾਬ ਦਿੱਤਾ ਗਿਆ ਕਿ ਉਹ ਆਪਣੇ ਦਾਇਰੇ ਦੇ ਵਿੱਚ ਰਹਿਣ। ਕੀ ਸਵਾਲ ਜਵਾਬ ਕੀਤੇ ਸੀ ਤੇ ਕੀ ਉਹਨਾਂ ਦੀ ਜਿਹੜੀ ਆਪਸੀ ਗੱਲਬਾਤ, ਤੇ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਨਾ ਪਿਛਲੇ ਇਲੈਕਸ਼ਨਾਂ ਤੋਂ ਹੀ ਜਿਹੜਾ ਵਾ ਬੇਅਦਬੀ ਦਾ ਜਿਹੜਾ ਵਾ ਉਹ ਬੜਾ ਇਸ਼ੂ ਵੱਡਾ ਰਿਹਾ ਵਾ, ਜਿਹਦੇ ਵਿੱਚ ਜਿਹੜਾ ਵਾ ਉਹ ਪੋਲਿਟਿਕਸ ਸਾਰੀ ਜਿਹੜੀ ਆ ਪਿਛਲੀਆਂ ਚੋਣਾਂ ਸਾਰੀਆਂ ਜਿਹੜੀਆਂ ਵੀ ਇਸ ਗੱਲ ਦੇ ਦੁਆਲੇ ਘੁੰਮਦੀਆਂ ਰਹੀਆਂ। ਬਲਕਿ ਪਿਛਲੇ 4.5 ਸਾਲ ਦੀ ਜਿਹੜਾ ਟਾਈਮ ਨਿਕਲਿਆ ਇਲੈਕਸ਼ਨਾਂ ਤੋਂ ਬਾਅਦ, ਉਹਦੇ ਵਿੱਚ ਵੀ ਇਸ ਗੱਲ ਦੇ ਉੱਤੇ ਜਿਹੜਾ ਵਾ ਉਹ ਬਹੁਤ ਬਹਿਸ ਹੁੰਦੀ ਰਹੀ ਕਿ ਇਹ ਸਰਕਾਰ ਜਿਹੜੀ ਆ ਇਹ ਕੋਈ ਵੀ ਜਿਨ੍ਹਾਂ ਨੇ ਇਹ ਕਾਂਡ ਗਲਤ ਗੱਲਾਂ ਕੀਤੀਆਂ ਨੇ, ਜਿਹੜੇ ਮੁਜਰਮ ਨੇ ਇਹਦੇ ਵਿੱਚ, ਉਹਨਾਂ ਨੂੰ ਕੋਈ ਸਜ਼ਾ ਜਿਹੜੀ ਆ ਇਹ ਨਹੀਂ ਮਿਲੀ ਅਜੇ ਤੱਕ। ਨਾ ਹੀ ਉਹ ਜਿਹੜੇ ਆ ਗ੍ਰਿਫਤਾਰ ਹੋਏ ਆ ਤੇ ਨਾ ਹੀ ਉਹਨਾਂ ਤੇ ਕੋਈ ਐਕਸ਼ਨ ਲਿਆ ਗਿਆ। ਬਲਕਿ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਕੁੰਵਰ ਪ੍ਰਤਾਪ ਸਿੰਘ ਨੇ, ਉਹ ਇਨਵੈਸਟੀਗੇਸ਼ਨ ਵੀ ਹਾਈ ਕੋਰਟ ਨੇ ਉਡਾ ਦਿੱਤੀ ਕਿ ਗਲਤ ਹੋਈ ਆ। ਉਸ ਤੋਂ ਬਾਅਦ ਹੁਣ ਨਵੇਂ ਸਿਰਿਓਂ ਜਿਹੜੀ ਆ ਵਾ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹਦੀ ਅਜੇ ਕਿਤੇ ਰਿਪੋਰਟ ਨਹੀਂ ਆਈ। ਵੇਖੋ, ਇਹਦੇ ਵਿੱਚ ਕਲੀਅਰ ਚੀਜ਼ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਇਹ ਜੁੜੀਆਂ ਪਈਆਂ ਨੇ ਕਿ ਲੋਕ ਜਿਹੜੇ ਆ ਬਾਕੀ ਸਾਰਾ ਕੁਝ ਬਰਦਾਸ਼ਤ ਕਰ ਸਕਦੇ ਆ, ਭਾਵੇਂ ਮੈਂ ਕਹਿੰਦਾ ਕੋਈ ਵੀ ਕਿਸੇ ਵੀ ਮਜ਼ਹਬ ਦੇ ਹੋਣ, ਕਿਸੇ ਵੀ ਮਜ਼ਹਬ ਦੇ ਹੋਣ। ਇਹ ਇੱਕ ਬਹੁਤ ਹੀ ਕੁਦਰਤੀ ਵਰਤਾਰਾ ਵਾ ਕਿ ਉਹਨਾਂ ਦੀਆਂ ਭਾਵਨਾਵਾਂ ਆਪਣੇ ਗੁਰੂਆਂ ਦੇ ਨਾਲ, ਆਪਣਾ ਜਿਹੜਾ ਫੇਥ ਹੈ ਉਹਨਾਂ ਦਾ, ਉਹਦੇ ਨਾਲ, ਜਿਹੜੇ ਉਹਨਾਂ ਦੇ ਰਹਿਬਰ ਨੇ ਉਹਨਾਂ ਦੇ ਨਾਲ, ਜਾਂ ਜਿਹੜੀਆਂ ਸਾਡੀਆਂ ਜਿਹੜੇ ਗ੍ਰੰਥ ਸਾਹਿਬ ਹੈ ਉਹਦੇ ਨਾਲ, ਜਾਂ ਜਿਹੜੇ ਬਾਕੀ ਲੋਕ ਹੈ ਉਹਨਾਂ ਦਾ ਵੀ ਕੁਰਾਨ ਦੇ ਨਾਲ ਜਾਂ ਰਮਾਇਣ ਦੇ ਨਾਲ ਜਾਂ ਬਾਈਬਲ ਦੇ ਨਾਲ ਇੱਕ ਆਪਣਾ ਜਿਹੜਾ ਲੋਕਾਂ ਦਾ ਜਿਹੜਾ ਵਾ ਉਹ ਰਿਸ਼ਤਾ ਬੜਾ ਕਲੋਜ਼ਲੀ ਜੁੜਿਆ ਹੈ, ਜਿਹਨੂੰ ਅਸੀਂ ਬਹੁਤ ਸਤਿਕਾਰ ਤੇ ਆਦਰ ਮਾਣ ਦਿੰਦੇ ਹਾਂ। ਸਿੱਖ ਜਿਹੜਾ ਵਾ ਉਹ ਮਜ਼ਹਬ ਦੇ ਵਿੱਚ ਤਾਂ ਇਸ ਤੋਂ ਵੀ ਵੱਧ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਵਾ ਉਹ ਗੁਰੂ ਦੇ ਤੌਰ ਦੇ ਉੱਤੇ, ਜਿੰਦਾ ਗੁਰੂ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਿਹੜਾ ਵਾ ਉਹ ਮੰਨਦੇ ਆ। ਤੇ ਕੋਈ ਵੀ ਸਾਡੀ ਰਸਮ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵਾਕ ਲੈ ਤੋਂ ਬਿਨਾਂ ਜਾਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਬਿਨਾਂ ਜਿਹੜੀ ਹੈ ਉਹ ਪੂਰੀ ਨਹੀਂ ਹੁੰਦੀ। ਇਸ ਕਰਕੇ ਹੁਣ ਜਿਹੜੇ ਹੈ ਇਹ ਸੁਖੀ ਰੰਧਾਵਾ ਵੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਕੁਝ ਬਹੁਤਾ ਵੱਡਾ ਕੁਝ ਕਰ ਨਹੀਂ ਸਕੇ ਇਹਦੇ ਵਿੱਚ, ਕਿ ਉਹ ਵੇਖੋ ਜੀ ਉਹਨੂੰ ਕਹਿਣ ਕਿ ਤੁਸੀਂ ਜਿਹੜਾ ਵਾ ਇਹਨਾਂ ਨੂੰ ਬਾਹਰ ਕੱਢ ਦਿਓ ਜਿਹੜਾ ਵਾ ਉਹ ਸਿੱਖ ਧਰਮ ਦੇ ਵਿੱਚੋਂ। ਫਿਰ ਅਕਾਲ ਤਖਤ ਦਾ ਜਥੇਦਾਰ ਵੀ ਜਿਹੜਾ ਵਾ ਦੇਖੋ ਉਹ ਕਿਸ ਤਰ੍ਹਾਂ ਨਾਲ ਸਪੀਚਾਂ ਕਰ ਰਿਹਾ, ਔਰ PTC ਦੇ ਉੱਤੇ ਕਿਸ ਤਰੀਕੇ ਨਾਲ ਜਿਹੜਾ ਵਾ ਉਹਨਾਂ ਨੂੰ ਵਿਖਾਇਆ ਜਾ ਰਿਹਾ। ਦੇਖੋ, ਇੱਕ ਜਿਹੜਾ ਮਜ਼ਹਬ ਦਾ ਜਾਂ ਧਰਮ ਦਾ ਜਿਹੜਾ ਸਤਿਕਾਰ ਹੈ ਤੇ ਦਾਇਰਾ ਵਾ ਉਹ ਸਿਆਸਤ ਤੋਂ ਬਹੁਤ ਉੱਚਾ, ਔਰ ਖਾਸ ਕਰਕੇ ਜਿਹੜੇ ਸਾਡੇ ਜ਼ਿੰਮੇਵਾਰ ਨੇ, ਚਾਹੇ ਉਹ SGP ਹੋਵੇ ਚਾਹੇ ਕੋਈ ਦੂਸਰਾ ਹੋਵੇ, ਉਹਨਾਂ ਨੂੰ ਜਿਹੜਾ ਵਾ ਚਾਹੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੋਣ, ਉਹਨਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਸਿਆਸਤ ਦਾ ਜਾਂ ਕਿਸੇ ਸਿਆਸੀ ਪਾਰਟੀ ਦਾ ਸਿੱਧੇ ਤੌਰ ਦੇ ਉੱਤੇ ਜਾਂ ਸਿੱਧੇ ਤੌਰ ਦੇ ਉੱਤੇ ਹਿੱਸਾ ਨਾ ਬਣ। ਇਹ ਜਿਹੜੀ ਹੁਣ ਇਹ ਖੇਡ ਖੇਡੀ ਜਾ ਰਹੀ ਅਕਾਲੀ ਦਲ ਵੱਲੋਂ ਵੀ ਤੇ ਇਧਰੋਂ ਕਾਂਗਰਸ ਦੇ ਵੱਲੋਂ ਵੀ ਸੁਖੀ ਰੰਧਾਵਾ ਦੀ ਚਿੱਠੀ ਲਿਖਣੀ ਵੀ ਇੰਨੇ ਚਿਰ ਦੀ ਕਿਉਂ ਨਹੀਂ ਲਿਖੀ, 5 ਸਾਲ ਤੋਂ ਤੁਸੀਂ ਸਰਕਾਰ 'ਚ ਬੈਠੇ ਹੋ, ਤੁਸੀਂ ਕਰੋ, ਕਰਦੇ ਕੁਛ, ਸਜ਼ਾ ਦਿੰਦੇ ਉਹਨਾਂ ਨੂੰ, ਫੜਦੇ ਉਹਨਾਂ ਨੂੰ, ਅੱਗੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਵਧਾਉਂਦੇ। ਤੁਹਾਨੂੰ ਕਿਹਨੇ ਰੋਕਿਆ ਸੀ ਇਸ ਗੱਲ ਦੇ ਉੱਤੋਂ? ਇਹ ਸਾਰਾ ਕੁਝ ਜਿਹੜਾ ਵਾ ਉਹ ਆਉਣ ਵਾਲੀਆਂ ਇਲੈਕਸ਼ਨਾਂ ਨੂੰ ਸਾਹਮਣੇ ਰੱਖ ਕੇ ਕਿ ਅਸੀਂ ਉਹਨਾਂ ਦੇ ਉੱਤੇ ਦੋਸ਼ ਲਾਈ ਜਾਈਏ, ਉਹ ਕਾਊਂਟਰ ਜਿਹੜੇ ਐਲੀਗੇਸ਼ਨ ਆ ਦੂਜੇ ਪਾਸੇ ਲਾਈ ਜਾਣ।
ਇਹ ਸਾਰਾ ਵਰਤਾਰਾ ਜਿਹੜਾ ਪਿਛਲਾ ਚੱਲ ਰਿਹਾ ਵਾ, ਇਹ ਬਿਲਕੁਲ ਇਲੈਕਸ਼ਨਾਂ ਜਿਹੜੀਆਂ ਆ ਰਹੀਆਂ ਨੇ, ਇਹ ਇੱਕ ਮੁੱਦਾ ਉਹਦਾ ਜਿਹੜਾ ਵਾ ਦੋਨੋਂ ਪਾਸਿਆਂ ਤੋਂ ਬਣਾਇਆ ਜਾ ਰਿਹਾ। ਇਸ ਤੋਂ ਵੱਧ ਮੈਨੂੰ ਇਹਦੇ ਵਿੱਚ ਕੁਝ ਜਿਹੜਾ ਹੋਰ ਨਹੀਂ ਲੱਗਦਾ। ਹਾਂਜੀ ਸਰ, ਜੇ ਅਸੀਂ ਗੱਲ ਕਰੀਏ ਜਿਵੇਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਆਪਣੇ ਬਿਆਨ ਦੇ ਵਿੱਚ ਪਿਛਲੇ ਰੈਲੀ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਹੈ ਕਿ ਜਿਹੜੇ ਨੇ 5ਵੀਂ ਪਾਸ ਜਿਹੜੀ ਲੜਕੀ ਆ ਉਹਨੂੰ ਜਿਹੜਾ ਆ 500 ਤੋਂ 10,000 ਰੁਪਇਆ ਦਿੱਤਾ ਜਾਵੇਗਾ ਤੇ ਸਕੂਟੀਆਂ ਵੰਡੀਆਂ ਜਾਣਗੀਆਂ ਤੇ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ 8 ਸਿਲੰਡਰ ਦੇ ਨਾਲ 2,000 ਰੁਪਇਆ ਵੀ ਦਿੱਤਾ ਜਾਵੇਗਾ। ਤੇ ਕਿਸ ਤਰ੍ਹਾਂ ਉਹ ਇਸ ਘਾਟੇ ਨੂੰ ਕਿਵੇਂ ਪੂਰਾ ਕਰਨਗੇ, ਜਦ ਕਿ ਜਿਹੜਾ ਆ ਖਜ਼ਾਨਾ ਜਿਹੜਾ ਆ ਉਹ ਖਾਲੀ ਦੱਸਿਆ ਜਾ ਰਿਹਾ ਹੈ ਤੇ ਜਿਹੜਾ ਆ ਪੰਜਾਬ ਨੂੰ ਕਰਜ਼ਦਾਰ ਵੀ ਦੱਸਿਆ ਜਾ ਰਿਹਾ ਹੈ। ਕਿ ਜੇ ਕੋਈ ਇੱਦਾਂ ਦਾ ਜਿਹੜਾ ਆ ਕੋਈ ਮੰਤਰੀ ਆ ਜਾਂ ਕੋਈ ਸਿਆਸੀ ਲੀਡਰ ਹੈ ਤੇ ਉਸ ਦੇ ਉੱਤੇ ਕੋਈ ਕਾਰਵਾਈ ਵੀ ਹੋਣੀ ਚਾਹੀਦੀ ਹੈ ਕਿ ਅਜਿਹੇ ਝੂਠੇ ਜੇ ਜਿਹੜੇ ਵਾਅਦੇ ਦੇ ਕੇ ਜਿਹੜੇ ਆ ਉਹ ਵੋਟਾਂ ਭਰਮਾਉਂਦੇ ਨੇ। ਦੇਖੋ, ਅਜੇ ਤੱਕ ਜਿਹੜਾ ਸਾਡਾ ਕਾਨੂੰਨ ਹੈ ਉਹਦੇ ਵਿੱਚ ਕੋਈ ਵੀ ਇਹੋ ਜਿਹੀ ਪ੍ਰੋਵੀਜ਼ਨ ਨਹੀਂ ਹੈ ਕਿ ਤੁਸੀਂ ਜਿਹੜਾ ਵਾ ਬਲਾਨੇ ਬੰਦੇ ਨੇ ਕੋਈ ਵਾਅਦਾ ਕਰਤਾ ਕਿ ਮੈਂ ਤਾਂ ਜਿਹੜਾ ਉੱਪਰੋਂ ਜਿਹੜਾ ਵਾ ਚੰਦਰਮਾ ਤੋੜ ਕੇ ਤੁਹਾਡੇ ਨੂੰ ਦੇ ਦਾਂਗਾ, ਜਾਂ ਮੈਂ ਸੂਰਜ ਨੂੰ ਜਿਹੜਾ ਵਾ ਉਹ ਸਰਦੀਆਂ ਦੇ ਵਿੱਚ ਵੀ ਉਹ ਜਿਹੜਾ ਵਾ ਠੰਡ ਨਹੀਂ ਹੋਏਗੀ, ਉਹ ਬਰਾਬਰ ਰਹੇਗੀ, ਜਾਂ ਜਦੋਂ ਮਰਜ਼ੀ ਮੀਂਹ ਬਰਾ ਦਾਂਗਾ। ਜੋ ਮਰਜ਼ੀ ਜਿਹੜਾ ਨਾ ਇਹ ਸਿਆਸਤਦਾਨ ਜਿਹੜੇ ਕਹਿ ਰਹੇ ਨੇ, ਇਹਨਾਂ ਨੂੰ ਕੋਈ ਥੋੜਾ ਬਹੁਤਾ ਦੀਨ ਈਮਾਨ ਜਾਂ ਜਿਹਨੂੰ ਅਸੀਂ ਕਹਿ ਰਹੀਏ ਨੇ ਕਿ ਘੱਟੋ ਘੱਟ ਕੋਈ ਸ਼ਰਮ ਜਿਹੜੀ ਹੈ ਉਹ ਨਹੀਂ ਰਹਿ ਗਈ ਹੋਈ। ਸਿਰਫ ਇੱਕੋ ਹੀ ਇੱਕ ਜਿਹੜਾ ਵਾ ਇਹਨਾਂ ਦਾ ਟਾਰਗੇਟ ਹੈ ਜਾਂ ਟੀਚਾ ਵਾ ਕਿ ਅਸੀਂ ਕਿੰਨਾ ਵੱਡਾ ਝੂਠ ਬੋਲ ਕੇ, ਕਿੰਨੇ ਵੱਡੇ ਵਾਅਦੇ ਕਰਕੇ ਅਸੀਂ ਜਿਹੜਾ ਵਾ ਉਹ ਲੋਕਾਂ ਨੂੰ ਆਪਣੇ ਵੱਲ ਖਿੱਚ ਸਕਦੇ ਹਾਂ ਤੇ ਆਪਣੀ ਸ਼ਖਸੀਅਤ ਬਣਾ ਸਕਦੇ ਹਾਂ। ਹੁਣ ਜਦੋਂ ਜਿਹੜਾ ਵਾ ਇਹੀ ਗੱਲ ਕੇਜਰੀਵਾਲ ਨੇ ਕਹੀ ਸੀ ਕਿ ਅਸੀਂ ਸਾਰੀਆਂ ਪੰਜਾਬ ਦੀਆਂ ਔਰਤਾਂ ਨੂੰ ਜਿਹੜਾ ਵਾ ਉਹ 1,000 ਰੁਪਈਆ ਦੇਵਾਂਗੇ, ਤਾਂ ਉਦੋਂ ਇਹੀ ਸਿੱਧੂ ਜਿਹੜਾ ਵਾ ਉਹ ਕਹਿੰਦਾ ਸੀ ਪੈਸਾ ਕਿੱਥੋਂ ਆਏਗਾ, ਸਾਡਾ ਤਾਂ ਖਜ਼ਾਨਾ ਖਾਲੀ ਹੈ। ਹੁਣ ਉਹਦੇ 1,000 ਤੇ ਤਾਂ ਖਜ਼ਾਨਾ ਜਿਹੜਾ ਇਹਨਾਂ ਦਾ ਖਾਲੀ ਹੋ ਗਿਆ ਤੇ ਪੋਸੀਬਲ ਨਹੀਂ ਸੀ। ਹੁਣ ਉਹਨੇ 2,000 ਕਹਿ ਦਿੱਤਾ ਤੇ ਨਾਲ ਹੋਰ ਬਹੁਤ ਸਾਰੀਆਂ ਸਕੂਟਰੀਆਂ ਲੈ ਕੇ ਦੇਵਾਂਗੇ, ਸਾਈਕਲ ਲੈ ਕੇ ਦੇਵਾਂਗੇ, ਇਹ ਪੈਸਾ ਦੇਵਾਂਗੇ, ਇਹ ਹੋਊਗਾ। ਹੁਣ ਖਜ਼ਾਨਾ ਜਿਹੜਾ ਭਰ ਗਿਆ। ਬਾਕੀ ਵੀ ਜਗ੍ਹਾ ਦੇ ਉੱਤੇ ਉਹ ਚੰਨੀ ਵੀ ਜਦੋਂ ਜਿਹੜਾ ਵਾ ਲੋਕਾਂ ਦੇ ਨਾਲ ਵਾਅਦੇ ਕਰਦਾ ਸੀ, ਜਾਂ ਉਹਨੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਘੱਟ ਕੀਤੇ, ਹੋਰ ਕਈ ਗੱਲਾਂ ਜਿਹੜੀਆਂ ਉਹਨਾਂ ਨੇ ਕੀਤੀਆਂ, ਤਾਂ ਉਸ ਨਰਮੇ ਦੇ ਜਿਹੜਾ ਸੀ ਉਹਨੂੰ 12,000 ਤੋਂ 17,000 ਦਾ ਮੁਆਵਜ਼ਾ ਕੀਤਾ, ਜਿਹੜੀ ਗੁਲਾਬੀ ਸੁੰਡੀ ਪਈ ਸੀ। ਹੁਣ ਉਸ ਵੇਲੇ ਵੀ ਕਹਿੰਦਾ ਸੀ ਕਿ ਇਹ ਜਿਹੜੇ ਆ ਨਾ ਲੋਕਾਂ ਨੂੰ ਜਿਹੜਾ ਵਾ ਤੁਸੀਂ ਇੱਕ ਤਰ੍ਹਾਂ ਨਾਲ ਭਿਖਾਰੀ ਬਣਾ ਰਹੇ ਹੋ, ਉਹਨਾਂ ਨੂੰ ਗੁਲਾਮ ਕਰ ਰਹੇ ਹੋ, ਉਹਨਾਂ ਨੂੰ ਤੁਸੀਂ ਆਪਣੇ ਪੈਰਾਂ ਤੇ ਖੜੇ ਨਹੀਂ ਹੋਣ ਦਿੰਦੇ। ਤੁਹਾਡੇ ਕੋਲ ਜਦੋਂ ਕਪੈਸਿਟੀ ਨਹੀਂ ਹੈ, ਤੁਹਾਡੇ ਕੋਲ ਜਦੋਂ ਵਿੱਤੀ ਸਾਧਨ ਨਹੀਂ ਹੈ, ਤੁਹਾਡਾ ਖਜ਼ਾਨਾ ਖਾਲੀ ਹੈ, ਤੇ ਤੁਸੀਂ ਕਿਵੇਂ ਦੇ ਦੋਗੇ। ਹੁਣ ਉਹ ਜਿਹੜਾ ਵਾ ਇਸ ਤੋਂ ਸਭ ਤੋਂ ਅੱਗੇ ਲੱਗ ਕੇ ਜਿਹੜਾ ਬੋਲ ਰਿਹਾ। ਦੇਖੋ, ਇੱਕ ਦੌੜ ਜਿਹੜੀ ਹੈ ਨਾ ਲੋਕਾਂ ਨੂੰ ਸੁਪਨੇ ਵਿਖਾਉਣ ਦੇ ਲਈ, ਇਹ ਜਿਹੜੇ ਆਪਾਂ ਕਹਿ ਲਈਏ ਕਿ ਸਿਆਸੀ ਚੋਣ ਵਾਅਦੇ ਜਿਹੜੇ ਆ ਉਹ ਵੱਡੇ ਤੋਂ ਵੱਡੇ ਕਰਨ ਦੇ ਲਈ, ਇੱਕ ਸਬਜ਼ ਬਾਗ ਵਿਖਾਉਣ ਦੇ ਲਈ, ਇੱਕ ਸਾਰੀਆਂ ਧਿਰਾਂ ਦੇ ਵਿੱਚ ਜਿਹੜੀ ਦੌੜ ਲੱਗੀ ਹੈ। ਜਦੋਂ ਕੇਜਰੀਵਾਲ ਨੇ ਆ ਕੇ ਕਿਹਾ ਸੀ ਕਿ ਮੈਂ 100 ਯੂਨਿਟ ਜਿਹੜੀ ਆ ਉਹ ਫ੍ਰੀ ਦੇ ਦਾਂਗਾ, ਦੂਜਿਆਂ ਨੇ ਆਖਿਆ ਨਹੀਂ ਅਸੀਂ 200 ਜਿਹੜੀ ਆ ਉਹ ਦੇਵਾਂਗੇ। ਫਿਰ ਜਿਹੜੀ ਹੁਣ ਸੁਖਬੀਰ ਬਾਦਲ ਨੇ ਲਾਸਟ ਚ ਆ ਕੇ 400 ਕਹਿਤਾ, ਕਿਉਂਕਿ ਉਹਦਾ ਕੰਮ ਇਸ ਤੋਂ ਘੱਟ ਚੱਲਦਾ ਨਹੀਂ ਸੀ ਹੈ। ਮਤਲਬ ਕੋਈ ਲਿਮਿਟ ਜਿਹੜੀ ਹੈ, ਕੋਈ ਸੀਮਾ ਹੀ ਨਹੀਂ ਰਹਿ ਗਈ ਹੈ ਕਿ ਤੁਸੀਂ ਜੋ ਮਰਜ਼ੀ ਕਹੀ ਜਾਓ। ਇਸ ਕਰਕੇ ਪਿਛਲੇ ਸਮੇਂ ਤੋਂ ਇਹ ਡਿਮਾਂਡ ਉੱਠ ਰਹੀ ਹੈ, ਲੋਕਾਂ ਦੇ ਵਿੱਚ ਜਾਗਰਤੀ ਜਿਹੜੀ ਵੱਧ ਰਹੀ ਹੈ ਕਿ ਤੁਸੀਂ ਜਿਹੜਾ ਵੀ ਕੋਈ ਵਾਅਦਾ ਕਰਦੇ ਹੋ ਜਾਂ ਜਿਹੜਾ ਮੈਨੀਫੈਸਟੋ ਘੱਟੋ ਘੱਟ ਤੁਸੀਂ ਬਣਾਉਂਦੇ ਹੋ, ਉਹਦੇ ਵਿੱਚ ਉਹਦੇ ਪਿੱਛੇ ਜਿਹੜਾ ਵਾ ਉਹ ਕਾਨੂੰਨੀ ਜਿਹੜਾ ਵਾ ਉਹ ਜ਼ੋਰ ਹੋਵੇ ਕਿ ਠੀਕ ਹੈ, ਜੇ ਤੁਸੀਂ ਨਹੀਂ ਉਸ ਨੂੰ ਪੂਰਾ ਕਰਦੇ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ। ਠੀਕ ਹੈ ਜੀ। ਹਾਂਜੀ ਸਰ, ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤ ਦੇ ਨਰਿੰਦਰ ਮੋਦੀ ਜੋ ਅੱਜ ਰੈਲੀ ਕਰਨ ਜਾ ਰਹੇ ਸੀ ਫਿਰੋਜ਼ਪੁਰ ਦੇ ਵਿੱਚ, ਅਤੇ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੇ ਰੱਦ ਕਰ ਦਿੱਤੀ ਹੈ ਕਿਉਂਕਿ ਕਿਸਾਨਾਂ ਨੇ ਉਹਨਾਂ ਦਾ ਜਿਹੜਾ ਆ ਉਹ ਰਸਤਾ ਘੇਰ ਲਿਆ ਆ। ਇਸੇ ਕਰਕੇ ਜਿਹੜੇ ਆ ਉਹ ਫਿਰੋਜ਼ਪੁਰ ਨਹੀਂ ਪਹੁੰਚ ਸਕਣਗੇ। ਇਹ ਜਿਹੜੀ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ। ਤੇ ਅਸੀਂ ਗੱਲਬਾਤ ਕਰਦੇ ਸੀਗੇ ਹਰਚੰਦ ਸਿੰਘ ਜੀ ਦੇ ਨਾਲ। ਤੇ ਸਰ, ਜਿਹੜਾ ਇਹ ਮੈਨੀਫੈਸਟੋ ਬਣਵਾ ਰਹੇ ਨੇ ਜਾਂ ਬਣਾਉਂਦੇ ਨੇ, ਤੇ ਇਸ ਦਾ ਮਤਲਬ ਅਸਲ ਮਾਇਨੇ 'ਚ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਇਹ ਆਮ ਜਨਤਾ ਦਾ ਸ਼ੋਸ਼ਣ ਦੀ ਲਿਸਟ ਹੈ। ਮੈਂ ਜਿਹੜਾ ਇਹਨੂੰ ਸ਼ੋਸ਼ਣ ਤਾਂ ਨਹੀਂ ਕਹੂੰਗਾ, ਪਰ ਇਹ ਜ਼ਰੂਰ ਕਹੂੰਗਾ ਕਿ ਇੱਕ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਹੈ ਉਹ ਚੀਜ਼ ਹੈ, ਤੇ ਗੁੰਮਰਾਹ ਕਰਕੇ ਵੋਟਾਂ ਨੂੰ ਜਿਹੜਾ ਵਾ ਉਹ ਆਪਣੇ ਵੱਲ ਖਿੱਚਣ ਦਾ ਹੈ। ਦੇਖੋ, ਜਿਹੜੀ ਚੀਜ਼ ਬਾਕੀ ਸਾਡੇ ਸਰੋਤੇ ਖਾਸ ਕਰਕੇ ਬਾਹਰਲੇ ਦੇਸ਼ਾਂ 'ਚ ਬੈਠੇ ਨੇ, ਸਾਰਾ ਕੁਝ ਪਤਾ ਉਹਨਾਂ ਨੂੰ, ਜ਼ਿਆਦਾ ਉੱਥੇ ਜਾਗਰਤੀ ਹੈ, ਜ਼ਿਆਦਾ ਜਿਹੜੀ ਆ ਉਹ ਅਕਾਊਂਟੇਬਿਲਿਟੀ ਵੀ ਹੈ ਤੇ ਜਵਾਬਦੇਹੀ ਵੀ ਹੈ। ਉੱਥੇ ਵੇਖੋ ਇਹੋ ਜਿਹੀ ਚੀਜ਼ ਕੋਈ ਪੋਸੀਬਲ ਨਹੀਂ ਹੈ। ਇਹਦਾ ਮਤਲਬ ਹੈ ਕਿ ਜਿੰਨਾ ਚਿਰ ਤੱਕ
ਲੋਕਾਂ ਦੇ ਵਿੱਚ ਜਾਗਰਤੀ ਨਹੀਂ ਆਉਂਦੀ, ਲੋਕਾਂ ਦੇ ਵਿੱਚ ਕੌਨਸ਼ੀਅਸਨੈਸ ਨਹੀਂ ਆਉਂਦੀ ਕਿ ਇਹ ਜਿਹੜਾ ਨਾ ਬਿਲਕੁਲ ਬਕਵਾਸ ਕਰ ਰਹੇ ਨੇ, ਝੂਠ ਬੋਲ ਰਹੇ ਨੇ, ਤੇ ਅਸੀਂ ਇਹਨਾਂ ਦੀ ਗੱਲ ਨਹੀਂ ਸੁਣਨੀ ਹੈ। ਹਾਂਜੀ। ਜੋ ਰੀਅਲਿਸਟਿਕ ਪੋਜੀਸ਼ਨ ਹੈ ਹਾਂਜੀ ਉਹੀ ਅਸੀਂ ਜਿਹੜੀ ਆ ਉਹ ਗੱਲ ਕਰਨੀ। ਵੇਖੋ ਬਾਕੀ ਇਹਦੇ ਵਿੱਚ ਐਡਾ ਵੱਡੇ ਕੋਈ ਵਾਅਦ ਨਹੀਂ, ਇਲੈਕਸ਼ਨਾਂ ਹੁੰਦੀਆਂ ਨੇ, ਸਾਰਾ ਇੱਕ ਜਿਹੜਾ ਕਾਮਨ ਜੀ ਚੀਜ਼ ਹੈ ਉਹ ਉੱਥੇ ਕਹਿੰਦੇ ਨੇ ਜਿੰਨੀਆਂ ਵੀ ਦੇਸ਼ਾਂ ਦੇ ਵਿੱਚ ਤੁਸੀਂ ਵੇਖ ਲਓ। ਤੇ ਇਸ ਕਰਕੇ ਜੇ ਇਹਨਾਂ ਨੇ ਮੈਨੀਫੈਸਟੋ ਆਪਦਾ ਕਰਨਾ ਹੈ ਤਾਂ ਇਹ ਮੰਗ ਉੱਠ ਰਹੀ ਹੈ ਕਿ ਉਹ ਕਾਨੂੰਨੀ ਉਹਨੂੰ ਜਿਹੜਾ ਵਾ ਕਾਨੂੰਨੀ ਢਾਲ ਉਹਨੂੰ ਜਿਹੜਾ ਮੈਨੀਫੈਸਟੋ ਨੂੰ ਦਿੱਤੀ ਜਾਵੇ ਕਿ ਜੇ ਇਹ ਮੰਗਾਂ ਪੂਰੀਆਂ ਨਹੀਂ ਕਰ, ਜਿਹੜੀ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਜੋ ਇਸ਼ੂ ਰੇਜ਼ ਕੀਤੇ ਨੇ, ਜੋ ਆਪਣੀ ਜਿਹੜੇ ਵਾਅਦੇ ਕੀਤੇ ਨੇ, ਜੇ ਨਹੀਂ ਪੂਰਾ ਕਰਦੇ ਤਾਂ ਉਹਨਾਂ ਨੂੰ ਅਸਤੀਫਾ ਜਿਹੜਾ ਸਰਕਾਰ ਤੋਂ ਦੇਣਾ ਪਊਗਾ, ਦੂਜੀ ਪਾਰਟੀ ਨੂੰ ਮੌਕਾ ਦੇਣਾ ਪਊਗਾ ਵੀ ਠੀਕ ਹੈ ਉਹ ਆ ਕੇ ਕਰ ਲੈਣ। ਪਰ ਅਜੇ ਤੱਕ ਜਿਹੜਾ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ। ਕਾਫੀ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਚੋਣ ਸੁਧਾਰ ਕਹਿੰਦੇ ਆ, ਪਹਿਲਾਂ ਨਾਲੋਂ ਕਾਫੀ ਚੀਜ਼ਾਂ ਜਿਹੜੀਆਂ ਅੱਗੇ ਵਧੀਆਂ ਨੇ। ਪਹਿਲਾਂ ਸਾਨੂੰ ਇਹ ਕੁਝ ਪਤਾ ਨਹੀਂ ਸੀ ਹੁੰਦਾ ਵੀ ਫਲਾਣੇ ਬੰਦੇ ਜਿਹੜੇ ਇਹਨਾਂ ਕੋਲ ਕਿੰਨਾ ਪੈਸਾ ਹੈ, ਹੁਣ ਉਹਨਾਂ ਨੂੰ ਐਫੀਡੇਵਿਟ ਦੇਣਾ ਪੈਂਦਾ ਕਿ ਮੇਰੇ ਜਿਹੜਾ ਇੰਨਾ ਕੈਸ਼ ਆ, ਮੇਰੇ ਕੋਲ ਇੰਨੀ ਜ਼ਮੀਨ ਆ, ਇੰਨੀ ਇੰਡਸਟਰੀ ਆ, ਆਹ ਚੀਜ਼ਾਂ ਮੇਰੇ ਕੋਲ। ਸਾਨੂੰ ਪਤਾ ਲੱਗਦਾ ਵੀ ਇਹ 5 ਸਾਲ ਪਹਿਲਾਂ ਤਾਂ ਫਾਰ ਐਗਜ਼ਾਮਪਲ ਇਹਦੇ ਕੋਲ 2 ਕਰੋੜ ਸੀ, ਹੁਣ 5 ਸਾਲ ਤੋਂ ਬਾਅਦ 10 ਕਿੱਥੋਂ ਆ ਗਏ ਇਹਦੇ ਕੋਲ। ਜਿਹੜੀ ਤਨਖਾਹ ਇਹਦੀ ਜਿਹੜੀ ਹੈ ਐਜ਼ MP ਜਾਂ ਐਜ਼ MLA ਇਹ ਤਾਂ ਲੱਖ 1.5 ਲੱਖ ਰੁਪਈਆ, ਤੇ ਇੰਨੇ ਪੈਸੇ ਇਹਦੇ ਕੋਲ ਕਿੱਥੋਂ ਆ ਗਏ? ਕੀ ਸੋਰਸ ਉਹਦਾ ਇਨਕਮ ਦਾ ਸੀ? ਇੱਕ ਤਾਂ ਉਹ ਚੀਜ਼ ਲੋਕਾਂ ਦੇ ਸਾਹਮਣੇ ਮਤਲਬ ਹੁਣ ਆ ਰਹੀ ਹੈ। ਦੂਸਰੀ ਹੈਗੀ ਆ ਕਿ ਇਹਨਾਂ ਦੇ ਜਿਹੜੇ ਫੌਜਦਾਰੀ ਕੇਸ ਇਹਨਾਂ ਦੇ ਉੱਤੇ ਕਿੰਨੇ ਨੇ ਚੱਲ ਰਹੇ। ਪਹਿਲਾਂ ਇਹ ਨਹੀਂ ਸੀ ਹੈ ਕਿਤੇ ਵੀ ਕੋਈ ਦੱਸਦਾ ਸੀ, ਕੋਈ ਨਹੀਂ ਦੱਸਦਾ, ਕਿਸੇ ਨੂੰ ਨਹੀਂ ਪਤਾ ਲੱਗਦਾ ਸੀ। ਹੁਣ ਬਕਾਇਦਾ ਐਫੀਡੇਵਿਟ ਦੇਣਾ ਪੈਂਦਾ, ਹਲਫੀਆ ਬਿਆਨ ਦੇਣਾ ਪੈਂਦਾ ਕਿ ਮੇਰੇ ਤੇ ਇਹ ਜਿਹੜੀਆਂ FIR ਜਾਂ ਫੌਜਦਾਰੀ ਕੇਸ ਦਰਜ ਹੋਏ ਨੇ, ਉਹਨਾਂ ਦੀ ਇਹ ਪੋਜੀਸ਼ਨ ਹੈ, ਇਹਦੇ ਵਿੱਚ ਸਜ਼ਾ ਹੋਈ ਹੈ, ਇਹਦੇ ਵਿੱਚ ਜਿਹੜੇ ਆ ਉਹ ਦੋਸ਼ ਆਇਦ ਹੋ ਗਏ ਨੇ, ਇਹ ਜਿਹੜਾ ਗਵਾਹੀਆਂ ਦੇ ਉੱਤੇ ਆ ਅੰਡਰ ਟ੍ਰਾਇਲ ਹੈ, ਇਹ ਸਾਰਾ ਕੁਝ ਜਿਹੜਾ ਵਾ ਉਹ ਦੱਸਣਾ ਪੈਂਦਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਉਹ ਆ ਰਹੇ ਨੇ ਚੀਜ਼ਾਂ। ਤੇ ਸਾਡੇ ਮੇਰੇ ਕਹਿਣ ਦਾ ਮਤਲਬ ਹੈ ਕਿ ਚੋਣ ਸੁਧਾਰ ਨੂੰ ਹੋਰ ਬੜੇ ਅੱਗੇ ਲਿਜਾਣ ਦੀ ਜਿਹੜੀ ਲੋੜ ਹੈ। ਹਾਂਜੀ ਸਰ, ਜੇ ਅਸੀਂ ਗੱਲ ਕਰੀਏ ਕਿ ਹੁਣ ਜਿਹੜੀ ਆਮ ਜਨਤਾ ਇਸ ਮਾਹੌਲ ਦੇ ਵਿੱਚ ਕੀ ਕਰੀਏ, ਕਿਉਂਕਿ ਹਰੇਕ ਜਿਹੜੀ ਹੈ ਸਰਕਾਰ ਉਹ ਵਾਅਦੇ ਕਰ ਰਹੀ ਹੈ, ਅਸੀਂ ਇਸ ਨੂੰ ਲਾਰੇ ਵੀ ਕਹਿ ਸਕਦੇ ਹਾਂ, ਜਾਂ ਮਤਲਬ ਜਨਤਾ ਆਪਣੇ ਵੋਟ ਦਾ ਸਹੀ ਇਸਤੇਮਾਲ ਕਿਵੇਂ ਕਰੇ? ਇਹ ਥੋੜਾ ਜਿਹਾ ਦਰਸ਼ਕਾਂ ਦੇ ਨਾਲ ਜਿਹੜੀ ਗੱਲ ਆਪਣੀ ਸਾਡੀ ਜਿਹੜਾ ਨਾ ਅਸੀਂ ਇੱਕ ਤਾਂ ਗੱਲ ਇਹ ਹੈਗੀ ਹੈ ਕਿ ਚਾਹੇ ਵੇਖੋ ਅਜੇ ਵੀ ਜਿਹੜੀ ਆ ਉਸ ਪੱਧਰ ਤੱਕ ਜਾਗਰਤੀ ਜਾਂ ਕੌਨਸ਼ੀਅਸਨੈਸ ਚੇਤਨਾ ਜਿਹੜੀ ਹੈ ਉਹ ਨਹੀਂ ਹੈ, ਪਰ ਬਹੁਤ ਹੱਦ ਤੱਕ ਹੋ ਗਈ ਹੈ। ਚਾਹੇ ਲੋਕ ਜਿਹੜਾ ਵਾ ਵੋਟ ਦੇਖੋ, ਇੱਕ ਖਾਸ ਕਰਕੇ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਇੱਕ ਬੜੇ ਨੇ ਧੜੇ ਬਣੇ ਨੇ ਕਿ ਇੱਕ ਧੜਾ ਜਿਹੜਾ ਵਾ ਜੇ ਉਹ ਅਕਾਲੀਆਂ ਨੂੰ ਜਾਊਗਾ ਤੇ ਦੂਜੇ ਧੜੇ ਨੇ ਕਹਿਣਾ ਨਾ ਅਸੀਂ ਇਹਦਾ ਤਾਂ ਵਿਰੋਧ ਕਰਨਾ ਹੀ ਕਰਨਾ, ਚਾਹੇ ਅਸੀਂ ਕਾਂਗਰਸੀ ਵੱਲ ਜਾਣਾ ਪਵੇ, ਚਾਹੇ ਆਪ ਵੱਲ ਜਾਣਾ ਪਵੇ, ਚਾਹੇ ਕਿਸੇ ਹੋਰ ਪਾਸੇ ਜਾਣਾ ਪਵੇ। ਇਹ ਜਿੰਨਾ ਚਿਰ ਚੀਜ਼ਾਂ ਜਿਹੜੀਆਂ ਨਾ ਕਿ ਜਿਹੜੇ ਮਤਲਬ ਪਿੰਡਾਂ ਦੇ ਵਿੱਚ ਜਾਂ ਹੋਰ ਮੁਹੱਲਿਆਂ ਦੇ ਵਿੱਚ ਵੀ ਜਿਹੜਾ ਇਸ ਤਰੀਕੇ ਨਾਲ ਜਿਹੜੀ ਪੋਲਰਾਈਜੇਸ਼ਨ ਲੋਕਾਂ ਦੀ ਹੈ, ਕਿਉਂਕਿ ਇਹ ਬੰਦਾ ਜਿਹੜਾ ਵਾ ਮੱਸਾ ਸਿੰਘ ਜਿਹੜਾ ਵਾ ਇਹਦੇ ਨਾਲ ਆ, ਤੇ ਜਿਹੜਾ ਮੱਖਣ ਸਿੰਘ ਨੇ ਉਹ ਦੂਜੇ ਪਾਸੇ ਜਾਣਾ ਹੀ ਜਾਣਾ। ਮਤਲਬ ਜਿਹੜੀ ਇਹ ਚੀਜ਼ ਜਿਹੜੀ ਆ ਪੰਚਾਇਤ ਇਲੈਕਸ਼ਨਾਂ ਤੋਂ MC ਇਲੈਕਸ਼ਨਾਂ ਤੋਂ ਥੱਲਿਓਂ ਲੈ ਕੇ ਸ਼ੁਰੂ ਹੋ ਜਾਂਦੀ ਹੈ। ਹੁਣ ਉਹ ਠੀਕ ਹੈ ਕਿ ਪਿੰਡਾਂ ਦੇ ਵਿੱਚ ਆਪਣੀ ਆਪਣੀ ਕੰਟਰਾਡਿਕਸ਼ਨ ਹੈ, ਆਪਣੀ ਆਪਣੀ ਜਿਹੜੀ ਵਿਰੋਧਤਾ ਉਹ ਹੈਗੀ, ਪਰ ਜਦੋਂ ਇਲੈਕਸ਼ਨਾਂ ਜਿਹੜੀਆਂ ਵਾ ਉਹ ਪੰਜਾਬ ਅਸੈਂਬਲੀ ਦੀਆਂ ਆਉਂਦੀਆਂ ਨੇ ਜਾਂ ਸੈਂਟਰ ਦੇ ਵਿੱਚ ਸਰਕਾਰ ਬਣਦੀਆਂ ਆਉਂਦੀਆਂ ਨੇ, ਤਾਂ ਉਦੋਂ ਜ਼ਰੂਰ ਸਾਡੇ ਲੋਕਾਂ ਨੂੰ ਜਿਹੜਾ ਵਾ ਇਹੋ ਜਿਹੇ ਮਤਭੇਦ ਭੁੱਲ ਕੇ ਤੇ ਸੋਚਣਾ ਚਾਹੀਦਾ ਕਿ ਵੇਖੋ ਸਾਡੇ ਕੋਲ ਤਾਂ ਲਿਮਿਟਿਡ ਆਪਸ਼ਨ ਹੈ। ਹੁਣ ਸਾਡੇ ਕੋਲ ਵੱਧ ਹੋ ਗਏ। ਪਹਿਲਾਂ ਤਾਂ ਰਵਾਇਤੀ ਪਾਰਟੀਆਂ ਸੀ, ਅਕਾਲੀ ਜਾਂ ਕਾਂਗਰਸੀ, ਅਕਾਲੀ ਜਾਂ ਕਾਂਗਰਸੀ। ਹੁਣ ਪਿਛਲੀਆਂ ਚੋਣਾਂ ਤੋਂ ਇੱਕ ਆਪ ਦਾ ਜਿਹੜਾ ਧੜਾ ਵਾ ਉਹ ਪੰਜਾਬ ਦੇ ਵਿੱਚ ਜਿਹੜਾ ਵਾ ਕਾਫੀ ਉਹਦਾ ਜਿਹੜਾ ਨਾਂ ਚੱਲ ਰਿਹਾ, ਉਹ ਵੀ ਇੱਕ ਮਤਲਬ ਸੀ ਜਿਹਨੂੰ ਕਹਿ ਦਈਏ ਕਿ ਲੜਾਈ ਦੇ ਵਿੱਚ ਹੈ, ਟੱਕਰ ਦੇ ਵਿੱਚ ਹੈ। ਇਸ ਤੋਂ ਇਲਾਵਾ ਜਿਹੜਾ ਵਾ ਇਹ ਹੁਣ ਅਮਰਿੰਦਰ ਦਾ ਤੇ BJP ਤੇ ਸੰਯੁਕਤ ਅਕਾਲੀ ਮੋਰਚਾ ਜਿਹੜਾ ਉਹ ਆ ਗਿਆ, ਰਲ ਕੇ ਆ ਗਿਆ, ਉਹ ਵੀ ਜਿਹੜਾ ਲੱਗਦਾ ਵਾ ਵੀ ਚਲੋ ਭਾਵੇਂ ਕਿਨਵੇਂ ਵੀ ਨੰਬਰ ਤੇ ਆਉਣ ਪਰ ਇੱਕ ਜਿਹੜਾ ਆਪਸ਼ਨ ਲੋਕਾਂ ਦੇ ਕੋਲੇ ਹੈ। ਇੱਕ ਕਿਸਾਨਾਂ ਦਾ ਵੀ ਜਿਹੜੀ ਚਰਚਾ ਚੱਲ ਰਹੀ ਸੀ, ਜਿਹੜਾ ਇਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ ਸੀ, ਉਹ ਪਤਾ ਨਹੀਂ ਹੁਣ ਇਹਦੀ ਅੱਗੇ ਕੀ ਪ੍ਰੋਗਰੈਸ ਹੈ। ਪਿਛਲੇ ਕੁਝ ਦਿਨਾਂ ਤੋਂ ਤਾਂ ਬਿਲਕੁਲ ਜਿਹੜੇ ਉਹ ਚੁੱਪ ਅਜੇ ਬੈਠੇ ਨੇ, ਉਹ ਕਿੰਨਾ ਕੁ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੇ ਨੇ। ਇਸ ਕਰਕੇ ਲੋਕਾਂ ਕੋਲ ਹੁਣ ਆਪਸ਼ਨ ਜਿਹੜੇ ਆ ਉਹ ਵੱਧ ਹੋ ਗਏ ਨੇ। ਇਸ ਕਰਕੇ ਉਹ ਆਪਸ਼ਨ ਨੂੰ ਜੋ ਉਹਨਾਂ ਕੋਲ ਚੋਇਸ ਹੁਣ ਜਿਹੜੀ ਹੈ ਉਹਦੇ ਮੁਤਾਬਕ ਜਿਹੜਾ ਵਧੀਆ ਕੈਂਡੀਡੇਟ ਹੈ, ਜਿਹੜਾ ਉਹਨਾਂ ਨੂੰ ਲੱਗਦਾ ਕਿ ਇੱਕ ਵਧੀਆ ਸਿਆਸੀ ਧਿਰ ਹੈ, ਅਸੀਂ ਜਿਹੜਾ ਦੇਖੋ ਸਾਡੀ ਸਿਆਸਤ ਇਹੋ ਜਿਹੀ ਬਣ ਗਈ ਹੈ ਕਿ ਅਸੀਂ ਕਿਸੇ ਨੂੰ ਜਿਹੜਾ ਉਪਾਕ ਜਨ ਨੂੰ ਜਿਹੜਾ ਵਾ ਸਫਾਈ ਵਾਲਾ ਨਹੀਂ ਕਰ ਸਕਦੇ ਕਿ ਸਭ ਤੋਂ ਵਧੀਆ, ਪਰ ਫਿਰ ਵੀ ਇਹ ਦੇਖਣਾ ਵਾ ਯਾਰ ਇਹਨਾਂ ਚੋਂ ਘੱਟ ਮਾੜਾ ਕਿਹੜਾ ਵਾ। ਚਲੋ ਵੀ ਇਹ ਤਾਂ ਆਏ ਤੇ ਨੁਕਸੇ ਤਾਂ ਇਹਨਾਂ ਦੇ ਸਭ ਤੋਂ ਘੱਟ ਲੱਗਦੇ ਨੇ, ਜਾਂ ਇਹ ਨਵੇਂ ਆਏ ਨੇ
ਤੇ ਇਹਨਾਂ ਨੂੰ ਇੱਕ ਮੌਕਾ ਦੇ ਕੇ ਵੇਖ ਲਓ। ਬਾਕੀਆਂ ਨੂੰ ਤਾਂ ਅਸੀਂ ਪਿਛਲੇ 70 ਸਾਲ ਤੋਂ ਅਕਾਲੀ ਕਾਂਗਰਸੀ ਦੇਖਦੇ ਆ ਰਹੇ ਹਾਂ। ਹੁਣ ਇੱਕ ਜਿਹੜਾ ਇੱਕ ਨਵਾਂ ਆਪਸ਼ਨ ਹੈ ਉਹ ਵੀ ਲੋਕ ਆਪਣਾ ਤਜਰਬਾ ਕਰ ਸਕਦੇ ਨੇ। ਬਾਕੀ ਵੇਖੋ ਇਹ ਚੋਣਾਂ ਦੇ ਮੌਕੇ ਆ, ਅਸੀਂ ਇਹ ਨਹੀਂ ਕਹਿ ਸਕਦੇ। ਜਿਹੜੇ ਆਮ ਲੋਕ ਹੈ ਨਾ ਉਹ ਰਹਿੰਦੇ ਚੁੱਪ ਹੈ, ਹਾਂਜੀ, ਜ਼ਿਆਦਾ ਬੋਲਦੇ ਨਹੀਂ, ਵੋਕਲ ਨਹੀਂ ਹੁੰਦੇ। ਪਰ ਜਦੋਂ ਇੱਕ ਕਲੈਕਟਿਵ ਵਿਜ਼ਡਮ ਬਣਦੀ ਹੈ ਨਾ, ਜਦੋਂ ਵੋਟਾਂ ਪਾਉਂਦੇ ਨੇ ਤਾਂ ਉਦੋਂ ਜ਼ਰੂਰ ਉਹਨਾਂ ਦੀ ਇੱਕ ਸਾਇਲੈਂਟ ਲੋਕਾਂ ਦੀ ਆਪਣੇ ਆਪ ਹੀ ਜਿਹੜੀ ਆ ਬਿਨਾਂ ਬੋਲਿਆ ਇੱਕ ਅੰਡਰਸਟੈਂਡਿੰਗ ਬਣਦੀ ਆ ਕਿ ਨਹੀਂ ਇਸ ਵਾਰੀ ਜਿਹੜਾ ਵਾ ਅਸੀਂ ਇਸ ਨੂੰ ਦੇਖਣਾ, ਤੇ ਤਾਂ ਹੀ ਜਿਹੜੀਆਂ ਵਾ ਉਹ ਚੇਂਜ ਜਿਹੜੀ ਆ ਉਹ ਸਰਕਾਰ ਦੇ ਵਿੱਚ ਹੁੰਦੀ ਹੈ ਔਰ ਇਹ ਪੋਜ਼ਿਟਿਵ ਆ ਡੈਮੋਕ੍ਰੇਸੀ ਦੇ। ਹਾਂਜੀ ਸਰ, ਜੇ ਦੇਖੀਏ ਅਸੀਂ ਜੇ ਕਿਸਾਨ ਵੀ ਜਿਹੜੇ ਨੇ, ਕਿਸਾਨ ਵੀਰ ਸਾਡੇ ਜਿਹੜੇ ਉਹ ਇਲੈਕਸ਼ਨਾਂ ਦੇ ਵਿੱਚ ਭਾਗੀਦਾਰੀ ਲੈਣਾ ਚਾਹੁੰਦੇ ਨੇ ਤੇ ਜੇ ਉਹ ਜਿੱਤਦੇ ਨੇ ਤੇ ਉਹਨਾਂ ਨੂੰ ਸਰਕਾਰ ਦੇ ਨਾਲ ਕੰਮ ਕਰਨਾ ਪੈਣਾ ਆ, ਤੇ ਇਸ ਦੇ ਚੱਲਦੇ ਹੋਏ ਜਿਹੜੇ ਆ ਉਹ ਆਪਣੇ ਕੰਮ ਜਾਂ ਆਪਣੀਆਂ ਮੰਗਾਂ ਜਾਂ ਆਪਣੇ ਰਹਿੰਦੇ ਜਿਹੜੇ ਉਹਨਾਂ ਦੇ ਮੁੱਦੇ ਨੇ ਉਹਨਾਂ ਨੂੰ ਕਿਵੇਂ ਹੱਲ ਕਰਾਉਣਗੇ? ਇਸ ਦੇ ਵਿੱਚ ਕੀ ਮੁਸ਼ਕਿਲ ਆਏਗੀ? ਕੁਝ ਜਿਹੜਾ ਨਾ ਇਸ ਨੂੰ ਦੋਨੋਂ ਤਰ੍ਹਾਂ ਨਾਲ ਹੀ ਮਤਲਬ ਲੈ ਰਿਹਾ ਵਾ। ਹਾਂਜੀ, ਜਿਹੜੇ ਕਿਸਾਨ ਇਲੈਕਸ਼ਨਾਂ 'ਚ ਆ ਰਹੇ ਨੇ, ਕੀ ਉਹ ਠੀਕ ਕਰ ਰਹੇ ਨੇ, ਕੀ ਉਹ ਗਲਤ ਕਰ ਰਹੇ ਨੇ, ਇਹ ਇੱਕ ਜਿਹੜਾ ਵਾ ਬਹਿਸ ਦਾ ਵਿਸ਼ਾ ਵਾ। ਇਹਦੇ ਤੇ ਅਸੀਂ ਅੱਜ ਕੋਈ ਫੈਸਲਾ ਨਹੀਂ ਦੇ ਦਿੰਦੇ। ਦੋ ਵਿਚਾਰ ਇਹਦੇ ਵਿੱਚ ਜਿਹੜੇ ਆ ਉਹ ਸਿਰਫ ਵਿਚਾਰ ਸਾਂਝੇ ਕਰਨੇ ਚੱਲ ਰਿਹਾ। ਪਰ ਜਿੱਥੋਂ ਤੱਕ ਇਹ ਹੈ ਕਿ ਕੀ ਕਿਸਾਨਾਂ ਨੂੰ ਜਿਹੜਾ ਵਾ ਉਹ ਰਾਈਟ ਨਹੀਂ ਹੈ ਕਿ ਉਹ ਵੀ ਇਲੈਕਸ਼ਨ ਲੜ ਸਕਣ? ਸਾਡਾ ਕਾਨੂੰਨ ਜਿਹੜਾ ਵਾ ਉਹ ਹਰ ਇਨਸਾਨ ਨੂੰ ਜਿਹੜਾ ਵਾ ਉਹ ਰਾਈਟ ਦਿੰਦਾ, ਚਾਹੇ ਕਿਸਾਨ ਆ, ਵਪਾਰੀ ਆ, ਚਾਹੇ ਦਲਿਤ ਆ, ਔਰਤ ਆ, ਆਦਮੀ ਆ, ਜਿਹੜਾ ਕੰਡੀਸ਼ਨਾਂ ਪੂਰੀਆਂ ਕਰਦਾ, ਵੋਟਰ ਹੈ ਜਿਹੜਾ ਸਾਡਾ, ਉਹ ਇਲੈਕਸ਼ਨ ਲੜ ਸਕਦਾ। ਹੁਣ ਇੱਕ ਦਲੀਲ ਚੱਲ ਰਹੀ ਹੈ ਕਿ ਵੇਖੋ ਇਹਨਾਂ ਨੇ ਨਾ ਲਾਲਚੀ ਹੋ ਜਾਣਾ। ਅਸੀਂ ਸਾਡੀ ਆਦਤ ਹੈ ਖਾਸ ਕਰਕੇ ਪੰਜਾਬੀਆਂ ਦੀ ਕਿ ਅਸੀਂ ਨਾ ਪਹਿਲਾਂ ਹੀ ਫਤਵਾ ਦੇ ਦਿੰਦੇ ਆ। ਸਰਟੀਫਿਕੇਟ ਅਸੀਂ ਜਿਹੜੇ ਆ ਨਾ ਉਹ ਪ੍ਰਿੰਟ ਕਰਕੇ ਰੱਖੇ ਆ ਤੇ ਉਹਦੇ ਵਿੱਚ ਅਸੀਂ ਭਰਨਾ ਹੀ ਆ ਵੀ ਉਹ ਭਰ ਕੇ ਤੇ ਇਹ ਸਰਟੀਫਿਕੇਟ ਵੰਡਣ 'ਚ ਅਸੀਂ ਥੋੜਾ ਜ਼ਿਆਦਾ ਜਿਹੜਾ ਵਾ ਉਹ ਕਾਹਲੀ ਕਰ ਲੈਂਦੇ ਆ। ਹੁਣ ਜੇ ਕਿਸਾਨਾਂ ਦੀ ਮੰਨ ਲਓ ਕਿ ਸਾਰਿਆਂ ਦੀ ਪਤਾ ਨਹੀਂ ਹੋਵੇ ਕਿ ਨਾ ਹੋਵੇ, ਮੈਂ ਮਤਲਬ ਜਿਹੜਾ ਪ੍ਰਜ਼ਿਊਮ ਕਰ ਰਿਹਾ ਜੇ ਮੰਨ ਜਾਵੇ, ਹੁਣ ਇਹ ਸਰਕਾਰ ਨੂੰ ਕਹਿੰਦੇ ਕਿ ਸਾਡੀਆਂ ਮੰਗਾਂ ਮੰਨੋ, ਸਾਡੇ ਕਰਜ਼ੇ ਮਾਫ ਕਰੋ, ਇਹ ਚੀਜ਼ਾਂ ਜਿਹੜੀਆਂ ਵਾ ਬੀਜ ਜਿਹੜੇ ਸਸਤੇ ਕਰੋ, ਖਾਦਾਂ ਸਸਤੀਆਂ ਕਰੋ, ਜਿਹੜਾ ਵਾ ਮੁਆਵਜ਼ਾ ਜਿੱਥੇ ਫਸਲਾਂ ਮਾਰੀਆਂ ਜਾਂਦੀਆਂ ਉਹਨਾਂ ਦਾ ਮੁਆਵਜ਼ਾ ਦਿਓ, ਕਰਜ਼ੇ ਥੱਲੇ ਜਿਹੜਾ ਕਿਸਾਨ ਦੱਬਿਆ ਪਿਆ ਉਹਨਾਂ ਨੂੰ ਉਸ ਤੋਂ ਮੁਕਤ ਕਰੋ। ਇਹ ਹੁਣ ਸਰਕਾਰ ਤੋਂ ਮੰਨਦੇ ਤੇ ਜੇ ਉਹਨਾਂ ਦੀ ਸਰਕਾਰ ਆਊਗੀ ਤੇ ਉਹਨਾਂ ਕੋਲ ਪਾਵਰ ਆ, ਸਾਰੇ ਤੇ ਲੀਕ ਮਾਰ ਦੇਣਗੇ। ਸਾਰੀਆਂ ਮੰਗਾਂ ਜਿਹੜੀਆਂ ਵਾ ਉਹ ਮਨਾ ਲੈਣਗੇ। ਜਿੱਥੇ ਬੋਨਸ ਦੀ ਗੱਲ ਹੈ ਉਹ ਬੋਨਸ ਦੇ ਦੇਣਗੇ। ਗੰਨੇ ਦੀ ਕੀਮਤ ਤੋਂ ਜਿਹੜਾ ਵਾ ਉਹ ਪਾਵਰ ਸਟੇਟ ਕੋ ਉਹਦਾ ਰੇਟ ਜਿਹੜਾ ਵਾ ਉਹ ਵੱਧ ਕਰ ਸਕਦੇ। ਗੰਨੇ ਦੇ ਬਕਾਏ ਜਿਹੜੇ ਕਿੰਨੇ ਚਿਰ ਦੇ ਪਏ ਨਹੀਂ ਮਿਲ ਸਕਦੇ ਉਹ ਖੰਡ ਮਿੱਲਾਂ ਨੂੰ ਜ਼ੋਰ ਪਾਉਣਗੇ, ਦਿਓ ਇਹਨਾਂ ਦੇ ਬਕਾਏ। ਤੇ ਜਿਹੜੇ ਇਸ਼ੂਜ਼ ਨੇ ਜੇ ਉਹਨਾਂ ਦੀ ਸਰਕਾਰ ਬਣਦੀ ਤਾਂ ਪਾਵਰ ਉਹਨਾਂ ਕੋਲੇ ਆ, ਉਹ ਜੋ ਵੀ ਚਾਹਣਗੇ ਉਹ ਕਰ ਸਕਦੇ ਆ। ਪਰ ਹੁਣ ਇਹਦੇ 'ਚ ਅਸੀਂ ਮਤਲਬ ਜਿਹੜਾ ਵਾ ਅੱਜ ਨਹੀਂ ਕਹਿ ਸਕਦੇ ਵੀ ਉਹ ਲੜਨਗੇ ਕਿਵੇਂ। ਹੁਣ ਇਹ ਤਾਂ ਨਹੀਂ ਹੈਗਾ ਵੀ ਕਿਸਾਨ ਜਿਹੜਾ ਵਾ ਉਹ ਸਿਰਫ ਲੜਨ ਨੂੰ ਹੀ ਰਹਿ ਗਿਆ ਤੇ ਜਿਹੜਾ ਵਾ ਉਹ ਸੱਤਾ ਹੰਡਾਉਣ ਨੂੰ ਕੋਈ ਹੋਰ ਤੇ ਲੜਾਈ ਕਰਨ ਨੂੰ ਕੋਈ ਹੋਰ। ਉਹਨਾਂ ਦਾ ਵੀ ਰਾਈਟ ਜਿਹੜਾ ਵਾ ਬਰਾਬਰ ਦਾ ਵਾ। ਜੇ ਅੱਗੇ ਫੈਸਲਾ ਜਿਹੜਾ ਵਾ ਲੋਕਾਂ ਨੇ ਕਰਨਾ, ਪਰ ਆਪਾਂ ਜਿਹੜਾ ਵਾ ਇਹ ਨਹੀਂ ਕਹਿ ਸਕਦੇ ਕਿ ਜੇ ਉਹ ਚਲੇ ਗਏ ਤੇ ਉਹਨਾਂ ਨੇ ਉਸੇ ਭਾਗ ਦਾ ਉਸੇ ਹੀ ਜਿਹੜਾ ਸਿਆਸਤ ਦਾ ਹਿੱਸਾ ਬਣ ਜਾਣਾ, ਲਾਲਚੀ ਹੋ ਜਾਣਾ, ਲੜਾਈ ਨਹੀਂ ਰਹਿੰਦੀ। ਹੁਣ ਲੜਾਈ ਕਿਸਾਨ ਕਿਉਂ ਕਰਦਾ? ਕਿਸਾਨ ਨੂੰ ਸ਼ੌਂਕ ਤਾਂ ਨਹੀਂ ਹੈ ਕਿਉਂ? ਜਿਹੜਾ 700 ਤੋਂ ਵੱਧ ਜਿਹੜੇ ਸਾਡੇ ਕਿਸਾਨ ਹੈ ਉਹ ਸ਼ਹੀਦ ਹੋਏ, ਸਾਲ ਤੋਂ ਉੱਪਰ ਜਿਹੜਾ ਵਾ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੈ। ਇਸੇ ਕਰਕੇ ਸੀ ਨਾ ਕਿ ਸਰਕਾਰ ਸਾਡੀਆਂ ਮੰਗਾਂ ਨਹੀਂ ਸੀ ਮੰਨ ਰਹੀ। ਤੇ ਜੇ ਸਰਕਾਰ ਹੀ ਤੁਹਾਡੀ ਹੈ ਤੇ ਫਿਰ ਮੰਗਾਂ ਤਾਂ ਤੁਸੀਂ ਮੰਨਣੀਆਂ ਨੇ। ਤੁਸੀਂ ਜੋ ਮਰਜ਼ੀ ਮੰਗੋ ਤੇ ਜੋ ਮਰਜ਼ੀ ਜਿਹੜਾ ਵਾ ਉਹ ਲੋਕਾਂ ਨੂੰ ਦਿਓ, ਵਪਾਰੀ ਵਰਗ ਨੂੰ ਦਿਓ, ਦਲਿਤ ਜਿਹੜੇ ਆ ਬੈਠੇ ਸਾਡੇ ਭਰਾ ਉਹਨਾਂ ਨੂੰ ਦਿਓ, ਬਾਕੀ ਸਾਰਿਆਂ ਨੂੰ ਦਿਓ। ਇਸ ਕਰਕੇ ਇਹ ਜਿਹੜੀ ਹੈ ਅੱਜ ਇਹਦੇ ਵਿੱਚ ਕੋਈ ਨਹੀਂ ਹੈ ਕਿ ਐ ਹੋ ਜਾਊਗਾ ਕਿਸਾਨ ਤਾਂ ਸਿਰਫ ਲੜਨ ਲਈ ਰਹਿ ਗਿਆ, ਉਹ ਤਾਂ ਭੁੱਖੇ ਮਰਨ ਲਈ ਰਹਿ ਗਏ, ਉਹ ਤਾਂ ਉੱਥੇ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਤੇ ਉਹਨਾਂ ਦੇ ਹਿੱਸੇ ਤਾਂ ਜਿਹੜੇ ਆ ਇਹ ਦੁੱਖ ਤੇ ਤਕਲੀਫਾਂ ਹੀ ਆਈਆਂ, ਉਹਨਾਂ ਨੂੰ ਕੋਈ ਰਾਈਟ ਨਹੀਂ ਹੈ। ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸਰਦਾਰ ਹਰਚੰਦ ਸਿੰਘ ਜੀ ਬਾੜ ਜੀ ਦਾ, ਜਿਨ੍ਹਾਂ ਨੇ ਸਾਨੂੰ ਇਸ ਮਸਲਿਆਂ ਤੇ ਵਿਚਾਰ ਕੇ ਖੁੱਲ੍ਹ ਕੇ ਜਿਹੜੀਆਂ ਵਿਚਾਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਦੀ ਰੈਲੀ ਵਿੱਚ ਉਹਨਾਂ ਨੇ ਸ਼ਮੂਲੀਅਤ ਕਰਨੀ ਸੀ, ਪਰ ਕਿਸਾਨਾਂ ਦੇ ਵਿਰੋਧ ਕਰਕੇ ਉਹ ਇਸ ਰੈਲੀ ਨੂੰ ਰੱਦ ਕਰਨਾ ਚਾਹੁੰਦੇ ਆ ਤੇ ਜਿਹੜੀ ਆ ਉਹ ਇਸ ਰੈਲੀ ਨੂੰ ਰੱਦ ਹੁੰਦੀ ਵੀ ਅਸੀਂ ਦੇਖ ਸਕਦੇ ਹਾਂ ਤੇ ਕਹਿ ਸਕਦੇ ਹਾਂ। ਤੇ ਹੋਰ ਵਿਚਾਰਾਂ ਦੇ ਸਿਲਸਿਲੇ ਨੂੰ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਗਗਨਦੀਪ ਸਿੰਘ ਅਨੰਦਪੁਰੀ ਤੇ ਸਰਦਾਰ ਹਰਚੰਦ ਸਿੰਘ ਜੀ ਬਾੜ ਹੋਰਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।